ਗੁਰੂ ਸਾਹਿਬ ਜੀ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿਕ੍ਰਿਸ਼ਨ ਮਨਾਈ ਹੋਈ ਮਨਾਈ ਬਹੂਰੀ। ਏਕ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਕਰੂਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਦੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀ ਬਹੁਤ ਧਨਾਢ ਕੀ ਸੁਤ ਜਨਮ ਹੀ। ਆਸ ਯੁਧ ਸਭ ਕੀਨ ਕਿਸ ਨਾਹੀ। ਜੁਗ ਟਲ ਚਵਰ ਛਤਰ ਤਖਤ ਕੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਹਾਜ਼ਰਾ ਹਜੂਰ ਜਾਰਾ ਹਜੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਕਲਯੁਗ ਕੇ ਅਵਤਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਰ ਰੋਜ਼ ਦੀ ਤਰ੍ਹਾਂ ਸੰਧਿਆ ਸਮੇਂ ਨਤਮਸਤਕ ਹੋ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋਂ ਬੜ ਭਾਗਿਆ ਜਿਨ੍ਹਾਂ ਨੂੰ ਸਤਿਗੁਰੂ ਦੇਵ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਇਸ ਸਮੇਂ ਨੂੰ ਸਫਲ ਬਣਾਉਂਦੇ ਹੋਏ ਪਹੁੰਚਣ ਦਾ ਸਭ ਅਵਸਰ ਪ੍ਰਾਪਤ ਹੋ ਰਿਹਾ ਹੈ। ਸੋ ਕੱਲ੍ਹ ਆਪਾਂ ਪ੍ਰਸੰਗ ਵਿੱਚ ਵਿਚਾਰ ਰਹੇ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਆਗਮਨ ਦੇ ਖੁਸ਼ੀ ਨੂੰ ਮਨਾਉਂਦੇ ਹੋਏ ਬਾਬਾ ਕਾਲੂ ਜੀ ਦੇ ਘਰ ਬਹੁਤ ਖੁਸ਼ੀ ਦੇ ਮੰਗਲ ਹੋ ਰਹੇ ਆ। ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ ਹੈ। ਪੱਤਰੀ ਲਿਖਣ ਸੰਬੰਧੀ ਬੇਨਤੀ ਕੀਤੀ ਗਈ ਹੈ। ਪੰਡਤ ਹਰਦਿਆਲ ਜੀ ਨੇ ਬਹੁਤ ਪ੍ਰਸੰਨਤਾ ਪ੍ਰਗਟਾਉਣਾ ਕੀਤੀ ਹੈ। ਦਾਈ ਨੂੰ ਪਹਿਲਾਂ ਬੁਲਾਇਆ। ਦਾਈ ਨੇ ਬਾਲਕ ਤਾਈਂ ਸ਼ੁਭ ਲੱਛਣ ਦਰਸਾਏ ਹੈ। ਪੰਡਤ ਹਰਦਿਆਲ ਜੀ ਬੜੇ ਮੰਤਰਮੁਗਧ ਹੋਏ ਹੈ ਕਿ ਬਾਲਕ ਦਾ ਪਹਿਲਾਂ ਦਰਸ਼ਨ ਕਰਵਾਇਆ ਜਾਏ, ਫਿਰ ਉਸ ਤੋਂ ਅਗਲੀ ਵਿਚਾਰ ਅੰਕਿਤ ਕੀਤੀ ਜਾਏ। ਤੋ ਬਾਬਾ ਕਾਲੂ ਜੀ ਨੇ ਦੌਲਤਾ ਦਾਈ ਹੁਣ ਹੁਕਮ ਕੀਤਾ ਹੈ ਤੇ ਅੱਗੋਂ ਮਾਤਾ ਤ੍ਰਿਪਤਾ ਜੀ ਬਾਲਕ ਦੇਣ ਤੋਂ ਇਨਕਾਰ ਕਰ ਰਹੇ ਹੈ। ਪਰ ਬਾਬਾ ਕਾਲੂ ਜੀ ਦੇ ਮੁੜ ਬੇਨਤੀ ਕਰਨ ਤੇ ਮਾਤਾ ਤ੍ਰਿਪਤਾ ਜੀ ਆਪਣੇ ਅੱਖਾਂ ਦੇ ਤਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਬਾਲ ਸਰੂਪ ਨੂੰ ਬਾਹਰ ਲੈ ਜਾਣ ਦੀ ਆਗਿਆ ਦਿੰਦੇ ਹੈ।
ਪੰਡਤ ਹਰਦਿਆਲ ਜੀ ਬਾਲਕ ਦਾ ਬਾਹਰੀ ਦੀਦਾਰ ਕਰਦੇ ਹੋਏ ਨਤਮਸਤਕ ਹੁੰਦੇ, ਆਪਣੇ ਆਪ ਨੂੰ ਬੜਭਾਗੀ ਤੇ ਧਨਭਾਗੀ ਜਾਣਦੇ ਹੈ ਤੇ ਸ਼ੁਭ ਲਕਸ਼ਣ ਸ਼ੁਭ ਸਰੂਪ ਨੂੰ ਜਾਣਦੇ ਹੋਏ ਬਾਲਕ ਦੇ 32 ਸ਼ੁਭ ਲਕਸ਼ਣ ਦਰਸਾਏ ਹੈ। ਤੇ ਬਾਬਾ ਕਾਲੂ ਜੀ ਆਪਣੇ ਪੁੱਤਰ ਦੇ ਸ਼ੁਭ ਲਕਸ਼ਣ ਸੁਣ ਬਹੁਤ ਪ੍ਰਸੰਨ ਹੋਏ ਹੈ। ਬੇਨਤੀ ਕੀਤੀ ਹੈ ਕਿ ਇਹਨਾਂ ਦਾ ਨਾਮਕਰਨ ਵੀ ਕਰੋ। ਤੇ ਅੱਗੋਂ ਬਾਬਾ ਕਾਲੂ ਜੀ ਤਾਂ ਹੀ ਪੰਡਤ ਹਰਦਿਆਲ ਜੀ ਨੇ ਕਿਹਾ ਕਿ ਜੇ ਨਾਮਕਰਨ ਕਰਨ ਤੇ ਕੁਝ ਦਿਨ ਲੱਗਣਗੇ, ਇਹਨਾਂ ਦਾ ਨਾਮ 4 ਵਰਨਾਂ ਦੇ ਵਿੱਚ ਵਿਦਿਤ ਹੋਏਗਾ, ਬਹੁਤਾ ਧਨ ਆਏਗਾ, ਪਰ ਘਰ ਨਹੀਂ ਰੁਕੇਗਾ। ਸਾਰੀਆਂ ਵਿਚਾਰਾਂ ਦਰਸਾਉਂਦੇ ਹੋਏ ਪੰਡਤ ਹਰਦਿਆਲ ਜੀ ਨੇ ਕਿਹਾ ਹੈ ਕਿ ਆਉਣ ਵਾਲੇ ਘਰ ਮਾਰ ਮੁੰਗਤ ਤਾਂ ਹੀ ਖਾਲੀ ਨਹੀਂ ਮੋੜਿਆ ਜਾਣਾ ਚਾਹੀਦਾ, ਕੁਝ ਨਾ ਕੁਝ ਹਰ ਇੱਕ ਤਾਂ ਹੀ ਦਿੱਤਾ ਜਾਏ। ਇਹ ਸਾਰੀ ਵਿਚਾਰ ਨੂੰ ਬਾਬਾ ਕਾਲੂ ਜੀ ਕਮਾ ਰਹੇ ਹੈ। ਨਗਰ ਵਿੱਚ ਇਸ ਗੱਲ ਦੀ ਬੜੀ ਚਰਚਾ ਹੋ ਰਹੀ ਹੈ ਕਿ ਬਾਲਕ ਦੇ ਘਰਾਂ ਵਿੱਚ ਹੋਰ ਪਹਿਲਾਂ ਬੜੇ ਲੋਕਾਂ ਦੇ ਹੋਏ, ਪਰ ਬਾਬਾ ਕਾਲੂ ਜੀ ਦੇ ਘਰ ਜੋ ਖੁਸ਼ੀ ਮਨਾਈ ਜਾ ਰਹੀ ਹੈ, ਇਹੋ ਜਿਹੀ ਖੁਸ਼ੀ ਕਿਸੇ ਘਰ ਵਿੱਚ ਪਹਿਲਾਂ ਨਹੀਂ ਮਨਾਈ ਗਈ। ਸੋ ਇਤਿਹਾਸਕ ਵਾਰਤਾ ਆਪਾਂ ਗੁਰੂ ਕਿਰਪਾ ਨਾਲ ਕੱਲ ਇੱਥੋਂ ਤਾਈਂ ਬਾਚੀ। ਅਗਲੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਦਿਓ ਅਸੀਸ, ਪ੍ਰੇਮ ਸਤਿਕਾਰ ਸਤਿਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਚੌਪਈ ਬਹੁਤ ਨਾਟਕ ਸੁਧ ਜਨ ਮਾਹੀ, ਆਸਿਰ ਸਭ ਕੀਨੋ ਕਿਸ ਨਾਹੀ। ਬਾਲਕ ਦੇ ਬਹੁਤ ਵੱਡੇ ਵੱਡੇ ਸਰਦਾਰਾਂ ਦੇ ਧਨਾੜਾਂ ਦੇ ਘਰ ਹੋਏ, ਪਰ ਇਹੋ ਜਿਹਾ ਉਤਸਵ, ਜੇ ਇਹਦਾ ਉਤਸਵ ਜਿਹੜੀ ਖੁਸ਼ੀ ਬਾਬੇ ਕਾਲੂ ਦੇ ਘਰੇ ਮਨਾਈ ਜਾ ਰਹੀ ਹੈ, ਜਾਂ ਜਿਸ ਖੁਸ਼ੀ ਤਾਂ ਹੀ ਹੁਣ ਮਾਣਦੇ ਹੋਏ ਹੁਣ ਪੂਰਨ ਤੌਰ 'ਤੇ ਤ੍ਰਿਪਤੀ ਨਹੀਂ ਮਿਲ ਰਹੀ, ਇਹੋ ਜਿਹੀ ਖੁਸ਼ੀ ਪਹਿਲਾਂ ਕਿਤੇ ਨਹੀਂ ਜੀਵਨ ਵਿੱਚ ਮਨਾਈ ਤੇ ਨਾ ਵੇਖੀ ਸੁਣੀ ਹੈ ਜੀ। ਕਹੇ ਪਰਸ ਪਰ ਮਿਲ ਨਰ ਨਾਰੀ, ਜਨਮਿਓ ਸੁਟ ਕੋ ਕਰਮ ਉਜਾਰੀ। ਹੁਣ ਗੱਲਾਂ ਕਰਦੇ ਆ ਕਿ ਇਹਨਾਂ ਦੇ ਘਰ ਜੋ ਹੁਣ ਪੁੱਤਰ ਉਤਪੰਨ ਹੋਇਆ ਵੀ ਬਹੁਤ ਸ਼ੁਭ ਤੇ ਸ਼੍ਰੇਸ਼ਟ ਕਰਮਾਂ ਦੇ ਲਕਸ਼ਣਾਂ ਵਾਲਾ ਪ੍ਰਤੀਤ ਹੋ ਰਿਹਾ, ਵੀ ਜਿਹਦੇ ਹੁਣ ਆਗਮਨ ਤੇ ਇਤਨੀ ਖੁਸ਼ੀ ਮਨਾਈ ਜਾ ਰਹੀ ਹੈ ਜੀ। ਫਸਟ ਕੀ ਨਾ ਭਲੇ ਕੁਲ ਚਾਲੀ, ਪਾਏ ਸੂਪ ਮਹਿਬਾ ਬਰਖਤ ਸਾਲੀ। ਤੇ ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਖਸ਼ਟੀ ਦਾ ਭਾਵ ਹੈ ਵੀ ਹੁਣ 6ਵਾਂ ਦਿਨ ਹੋਇਆ ਬਾਲਕ ਦੇ ਪ੍ਰਕਾਸ਼ ਹੋਇਆ, ਤੇ ਕੁੱਲ ਰੀਤ ਮੁਤਾਬਕ ਖਸ਼ਟੀ ਦੀ ਰੀਤ ਹੁਣ ਜਿਹਨੂੰ ਛੱਡ ਕੇ ਆ ਜਾਂਦਾ, ਹੁਣ ਛੱਡੀ ਦਾ ਦਿਨ ਮਨਾਇਆ ਗਿਆ ਬੜੇ ਚਾਵਾਂ ਦੇ ਨਾਲ ਹੈ ਜੀ। ਅਸ਼ਟ ਜੋਗਨੀ ਕੀਏ ਅਪੇਖਾ, ਕੁਲ ਕੁਸਲ ਮੰਗ ਸੁਤ ਕੀ ਸਿਰ ਟੇਕਾ। ਬਹੁਤ ਜ਼ਿਆਦੇ ਹੁਣ ਪੁੱਤਰ ਦੇ ਹੁਣ ਅੱਜ 6 ਦਿਨਾਂ ਦੇ ਹੁਣ ਤੇ ਖੁਸ਼ੀ ਮਨਾਈ ਗਈ ਹੈ। ਬੜੇ ਅਭਿਆਗਤ ਤੇ ਅਤਿਥੀ ਜਨਾਂ ਤਾਈਂ ਜਲ ਪਾਣੀ ਛਕਾਇਆ ਗਿਆ ਹੈ, ਤੇ ਬਾਲਕ ਤਾਈਂ ਸ਼ੁਭ ਅਸੀਸਾਂ ਪ੍ਰਾਪਤ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਨੇ ਕੀਤੀਆਂ ਹੈ ਜੀ। ਤਰੋਦਸ ਦੋਇ ਸਹਾਈ ਸੰਖਿਆ ਕੀਨੀ, ਆਇਓ ਤਿਜ ਕਾਲੂ ਸ਼ੁਧ ਦੀਨੀ। ਇਧਰ ਸਮਾਂ ਆਪਦੀ ਚਾਲ ਚੱਲਦੇ ਹੁਣ 6 ਦਿਨਾਂ ਦਾ ਜਿੱਥੇ ਬਤੀਤ ਹੋਇਆ ਤੇ ਦਿਨ ਹੋਰ ਕੁਝ ਬਤੀਤ 7 ਹੋਏ ਹੈ ਤੇ ਦਿਨ 13 ਹੋ ਗਏ ਆ। ਬਾਲਕ ਦੇ ਹੁਣ ਭਾਵ ਹੋਏ ਪ੍ਰਕਾਸ਼ ਹੋਏ, ਤੇ 13ਵੇਂ ਦਿਨ ਪੰਡਤ ਹਰਦਿਆਲ ਜੀ ਨੇ ਆ ਕੇ ਬਾਬਾ ਕਾਲੂ ਜੀ ਤਾਂ ਇਹ ਬੇਨਤੀ ਕੀਤੀ ਇੰਝ ਹੈ ਜੀ। ਸਿਸ ਕੋ ਨਾਨਕ ਨਾਮ ਤਰੀਜੈ, ਇਸ ਕੀ ਸਰਬਸ ਕੋ ਨਾ ਜਨੀਜੈ। ਇਹ ਆ ਕਰਕੇ ਪੰਡਤ ਹਰਦਿਆਲ ਜੀ ਨੇ ਕਿਹਾ ਕਿ ਪਹਿਤਾ ਕਲਿਆਣ ਦਾਸ ਪੁੱਤਰ ਦਾ ਨਾਮ ਤੁਸੀਂ ਉਹਨੂੰ ਨਾਨਕ ਰੱਖਣਾ ਕਰੋ, ਤੇ ਇਸ ਨਾਮ ਦੇ ਤੋਂ ਦੂਜਾ ਤੁਸੀਂ ਨਾਮ ਨਾ ਪਹਿਚਾਨਣਾ ਕਰੋ ਜੀ। ਪੰਡਤ ਕਹਿ ਸੋ ਪਵਾਇਓ ਚੋਲਾ, ਤਨ ਕਾਲੂ ਮੁਖ ਤੇ ਬਚ ਬੋਲਾ। ਤੇ ਕਾਲੂ ਜੀ ਕਹਿਣ ਲੱਗੇ ਵੀ ਹੁਣ ਵਚਨ ਤੇ ਤੁਸੀਂ ਜੋ ਸੁਣਾ ਰਹੇ ਹੋ ਵੀ ਇਹਨਾਂ ਦੇ ਵਿੱਚ ਮੈਨੂੰ ਕੁਝ ਸੰਦੇਹ ਹੈ ਵੀ ਤੁਸੀਂ ਕੁਝ ਹੁਣ ਪੰਡਤ ਜੀ ਸੋਹਣਾ ਨਾਮ ਮੇਰੇ ਪੁੱਤਰ ਦਾ ਰੱਖਣਾ, ਸੋਹਣੇ ਸਰੂਪ ਵਾਲੇ ਦਾ ਹੈ ਸੀ ਜੀ। ਰਲ ਮਿਲ ਨਾਮ ਸੁਤਰ ਗੁਣ ਹਿੰਦੂ, ਨਹਿ ਰਾਖਵੇ ਨਾਮ ਜਿੰਦੂ। ਕਹਿਣ ਲੱਗੇ ਪੰਡਤ ਜੀ ਤੁਸੀਂ ਇਹ ਜਿਹੜਾ ਨਾਮ ਰੱਖਿਆ ਇਹ ਹੁਣ ਸਾਡਾ ਹਿੰਦੂਆਂ ਵਾਲਾ ਵੀ ਨਹੀਂ ਪ੍ਰਤੀਤ ਹੋ ਰਿਹਾ, ਤੇ ਨਾ ਹੁਣ ਇਹ ਜਿਹੜਾ ਨਾਮ ਹੈ ਹੁਣ ਸਾਮੀ ਮਤ ਤੋਂ ਭਾਵ ਨਾ ਇਹੋ ਜਿਹਾ ਨਾਮ ਈਸਾਈਆਂ ਦਾ ਕਿਤੇ ਸੁਣਿਆ, ਤੇ ਨਾ ਇਹੋ ਜਿਹਾ ਕਿਤੇ ਮੁਹੰਮਦ ਪੰਥੀ ਹੁਣ ਮੁਸਲਮਾਨਾਂ ਦਾ ਸੁਣੀਦਾ। ਹੁਣ ਤੁਸੀਂ ਨਾਮ ਕੁਝ ਹੁਣ ਠੀਕ ਬਾਚ ਕੇ ਤੇ ਵਿਚਾਰ ਕੇ ਰੱਖਣਾ ਹੈ ਸੀ ਜੀ। ਆਵਰ ਨਾਮ ਕੋ ਸੋਲ ਤਰੀਜੈ, ਹਿਰਦੈ ਸ਼ੁਭਾ ਸ਼ੁਭ ਭੇਵ ਲਖੀਜੈ। ਤਾਂ ਦੇ ਪੰਡਿਤ ਜੀ ਤੁਸੀਂ ਮੇਰੀ ਬੇਨਤੀ ਨੂੰ ਸਮਝੋ ਤੇ ਸਵੀਕਾਰੋ, ਤੇ ਮੇਰੇ ਪੁੱਤਰ ਦਾ ਨਾਮ ਕੋਈ ਹੋਰ ਸ਼ੁਭ ਵਿਚਾਰ ਕੇ ਹੁਣ ਰੱਖਣਾ ਕਰੋ ਜੀ। ਜੋ ਖਤਰੀ ਕੇ ਕੁਲ ਭਲ ਲਾਗੈ, ਤਰੋ ਨਾਮੇ ਸੁਭਿਪਰ ਸੁਭੰਗੈ। ਤੁਸੀਂ ਕਿਰਪਾ ਕਰੋ ਇਹ ਜਾਂ
ਐਸਾ ਨਾਮ ਰੱਖੋ ਜਿਹੜਾ ਮੇਰੀ ਬੇਦੀ ਕੁਲ ਵਿੱਚ ਬਹੁਤ ਜ਼ਿਆਦਾ ਵਿਦਿਅਤ ਹੋਵੇ ਤੇ ਨਾਮ ਨੂੰ ਸੁਣਨ ਵਾਲੇ ਬਹੁਤ ਚਿੱਤ ਵਿੱਚ ਚਕਿਤ ਹੋਣ ਜੀ। ਦੁਹਰਾ ਪੂਰਬ ਰਖਹਿ ਨਾਮ ਜੀ, ਪਛ ਹਿੰਦੂ ਵਨ ਸੋ ਜੋਈ। ਇਧਰ ਹੁਣ ਪੰਡਤ ਹਰਦਿਆਲ ਜੀ ਕਹਿਣ ਲੱਗੇ ਕਿ ਨਹੀਂ ਮਹਿਤਾ ਕਲਿਆਣ ਦਾਸ, ਇਹ ਨਾਮ ਤੁਸੀਂ ਹੁਣ ਹਿੰਦੂਆਂ ਵਾਲਾ ਨਾ ਆਪਣੇ ਬੰਦੂਆਂ ਜਾਣਨਾ ਕਰੋ ਜੀ। ਸੋ ਤੁਮ ਹਿਰਦੈ ਵਿਚਾਰ ਕੈ, ਕਰੋ ਨ ਤਰਕ, ਕਰਹੁ ਨ ਤਰਕ ਕੋਈ। ਤੁਸੀਂ ਇਸ ਨਾਮ ਤੇ ਤਰਕ ਨਾ ਕਰੋ, ਇਹ ਨਾਮ ਬਹੁਤ ਸੋਹਣਾ ਹੈ। ਇਹ ਨਾਮ ਦੀ ਚਰਚਾ ਹੁਣ ਇਕੱਲੇ ਹਿੰਦੂ ਮਤ ਵਿੱਚ ਨਹੀਂ, ਇਹ ਚੌਂ ਮਤਾਂ ਦੇ ਵਿੱਚ ਵਿਦਿਅਤ ਹੋਵੇਗੀ ਜੀ। ਚੌਪਈ ਸੁਨਿਓ ਸਰੋਣ ਤਿਜ ਬਚਨ ਉਚਾਰਾ, ਜਹ ਤੁਮਰੋ ਸੁਤ ਬੜੇ ਅਵਤਾਰਾ। ਲੱਗੇ ਪੰਡਤ ਜੀ ਨਹੀਂ, ਤੁਸੀਂ ਸਾਡੇ ਨਾਲ ਵਜਨਾਂ ਤੇ ਨਿਸ਼ਚਾ ਕਾਲੂ ਜੀ ਲਿਆਓ, ਤੁਹਾਡਾ ਪੁੱਤਰ ਆਮ ਬਾਲਕ ਨਹੀਂ। ਮੈਂ ਤੁਹਾਨੂੰ ਉਸ ਦਿਨ ਵੀ ਅਰਜ਼ ਕੀਤੀ ਸੀ, ਜਿਸ ਦਿਨ ਭਾਪਤਰੀ ਆਪਾਂ ਲਿਖਣਾ ਆਰੰਭ ਕੀਤੀ ਸੀ, ਕਿ ਇਹਨਾਂ ਦਾ ਨਾਮ ਜੋ ਮੈਂ ਰੱਖ ਰਿਹਾ ਬਿਲਕੁਲ ਠੀਕ ਹੈ, ਕਿਉਂਕਿ ਇਹ ਨਾਮ ਹੁਣ ਅਵਤਾਰਾਂ ਦੇ ਅਵਤਾਰ ਦਾ ਮੈਂ ਇੱਥੇ ਦਰਸਾਇਆ ਤੁਹਾਨੂੰ ਹੈ ਜੀ। ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ, ਪੂਜਤ ਹਿੰਦੂ ਨਾ ਮਾਨਹਿ ਤੁਰਕਾ। ਤੇ ਤੁਸੀਂ ਜਿਹੜਾ ਹੁਣ ਮੇਰੇ ਤਾਈਂ ਹੁਣ ਹਿੰਦੂ ਤੇ ਮੁਸਲਮਾਨ ਦੀ ਹੁਣ ਗੱਲ ਕਹਿ ਰਹੇ ਹੋ, ਇਹ ਜਿਹੜਾ ਨਾਮ ਹੈ ਇਹ ਹੁਣ ਨਾ ਕ੍ਰਿਸ਼ਨ ਦੀ ਨਿਆਈ ਹੈ ਤੇ ਨਾ ਰਾਮਚੰਦਰ ਦੀ ਨਿਆਈ ਹੈ, ਕਿਉਂਕਿ ਇਹ ਹੁਣ ਹਰੀ ਦੇ ਅਵਤਾਰ ਸਮਝੇ ਹੈ। ਰਾਮ ਜੀ ਨੂੰ ਹੁਣ 14 ਕਲਾ ਸੰਪੂਰਨ ਤੇ ਕ੍ਰਿਸ਼ਨ ਜੀ ਨੂੰ 16 ਕਲਾ ਅਵਤਾਰ ਸਵਕਾਰਿਆ ਹੈ, ਪਰ ਇਹ ਹੁਣ ਸਰਬ ਕਲਾ ਸਮਰਾਧ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹਨ। ਤਾਂ ਤੇ ਇਹਨਾਂ ਦਾ ਨਾਮ ਇਕੱਲੇ ਹਿੰਦੂ ਜਗਤ ਵਿੱਚ ਨਹੀਂ, ਇਹਨਾਂ ਦਾ ਨਾਮ ਹੁਣ ਮੁਸਲਮਾਨ ਸਾਮੀ ਮਤਾਂ ਦੇ ਵਿੱਚ ਵੀ ਫਿਰ ਜੀਵ ਸਤਕਾਰਿਆ ਤੇ ਸਨਮਾਨਿਆ ਕਰਨਗੇ ਜੀ। ਇਹ ਸਿਸ ਕੋ ਮਾਨਹਿਗੇ ਮਾਨਹਿਗੇ ਦੋ, ਹਿੰਦੂ ਤੁਰਕ ਸਿੱਖ ਹੋਏ ਸਭ ਕੋ। ਤੇ ਇਹਨਾਂ ਦੀ ਸ਼ੁਭ ਸਿੱਖਿਆ ਤਾਂ ਹੀ ਕਮਾਉਣ ਵਾਲੇ ਦੋਹੇ ਮਤਾਂ ਦੇ ਲੋਕ ਹੋਣਗੇ, ਸਾਮੀ ਮਤ ਵਾਲੇ ਵੀ ਤੇ ਇੱਥੇ ਇਸ ਪੁਰਾਣਕ ਮਤ ਵਾਲੇ ਵੀ। ਪੁਰਾਣਕ ਮਤ ਦਾ ਭਾਵ ਹੈ ਵੀ ਸਨਾਤਨ ਮਤ, ਸਨਾਤਨ ਮਤ ਦਾ ਭਾਵ ਹੈ ਹਿੰਦੂ ਮਤ, ਵੀ ਹਿੰਦੂ ਮਤ ਦੇ ਵੀਰ ਵੀ ਇਹਨਾਂ ਦੀ ਸ਼ੁਭ ਸਿੱਖਿਆ ਨੂੰ ਅਪਣਾਉਣਗੇ ਤੇ ਸਾਮੀ ਮਤ ਵਾਲੇ ਵੀ ਸ਼ੁਭ ਸਿੱਖਿਆ ਨੂੰ ਅਪਣਾਉਣਗੇ। ਤਾਂ ਤੇ ਤੁਸੀਂ ਫਿਰ ਜੋ ਹਿੰਦੂ ਨਾਮ ਦੀ ਮੇਰੇ ਤਾਈਂ ਦੁਹਾਈ ਦੇ ਰਹੇ ਹੋ ਮਹਿਤਾ ਕਲਿਆਣ ਦਾਸ, ਉਹ ਸੰਭਵ ਨਹੀਂ ਹੈ, ਕਿਉਂਕਿ ਸ਼੍ਰੀ ਕ੍ਰਿਸ਼ਨ ਤੇ ਰਾਮ ਜੀ ਨੂੰ ਹੁਣ ਹਿੰਦੂ ਜਗਤ ਤੇ ਬਹੁਤ ਸਨਮਾਨ ਦਾ ਤੇ ਸਤਿਕਾਰ ਦਾ ਹੈ, ਪਰ ਸਾਮੀ ਮਤ ਵਾਲੇ ਉਹਨਾਂ ਤਾਂ ਹੀ ਹੁਣ ਬਹੁਤ ਜ਼ਿਆਦਾ ਅਪਮਾਨ ਕਰਦੇ ਹੈ। ਇਸ ਲਈ ਇਹਨਾਂ ਦਾ ਨਾਮ ਜੋ ਮੈਂ ਰੱਖਿਆ ਬਹੁਤ ਸੋਚ ਵਿਚਾਰ ਕੇ ਤੁਹਾਡੇ ਤਾਈਂ ਦਰਸਾਇਆ ਹੈ ਜੀ। ਇਸ ਕੇ ਚਰਨ ਪੋਤ ਕੀ ਨਿਆਈ, ਪਾਰ ਪ੍ਰਹੀ ਪਰਮਾਰਥ ਪਾਈ। ਇਹਨਾਂ ਦੇ ਚਰਨ ਹੁਣ ਬੋਹਿਤ ਨਾਮ ਜਹਾਜ਼ ਦੀ ਨਿਆਈ ਹੈ। ਇਹਨਾਂ ਦੀ ਚਰਨਾਂ ਦੀ ਸ਼ਰਨ ਜੋ ਵੀ ਜੀਵ ਲਏਗਾ ਬਿਲਕੁਲ ਉਸੇ ਤਰ੍ਹਾਂ ਜਗਤ ਜੀਵਾਂ ਦਾ ਨਿਸਤਾਰਾ ਕਰਨਗੇ। ਜਿਵੇਂ ਬੇੜੀ ਵਿੱਚ ਕੋਈ ਜੀਵ ਮਰਜ਼ੀ ਸਵਾਰ ਹੋ ਜਾਏ ਤੇ ਬੇੜੀ ਪਰ ਹਰ ਇੱਕ ਜੀਵ ਨੂੰ ਜਿੱਥੇ ਬੰਨੇ ਲਾਉਂਦੀ ਹੈ, ਉੱਥੇ ਜੇ ਬੇੜੀ ਵਿੱਚ ਕਿਤੇ ਪੱਥਰ ਵੀ ਟਿਕਾ ਦਿੱਤਾ ਜਾਏ, ਪਰ ਪੱਥਰ ਨੂੰ ਵੀ ਜੇ ਬੇੜੀ ਚਾਹੇ ਤੇ ਬੇੜੀ ਨੂੰ ਚਲਾਉਣ ਵਾਲਾ ਮਲਾਹ ਚਾਹੇ ਤੇ ਫਿਰ ਬੰਨੇ ਲਾ ਸਕਦੀ ਹੈ। ਇਸ ਲਈ ਇਹਨਾਂ ਤਾਈਂ ਤੁਸੀਂ ਹੁਣ ਬੇੜੀ ਦੀ ਨਿਆਈ ਜਹਾਜ਼ ਦੀ ਨਿਆਈ ਸਮਝਣਾ ਤੇ ਮੇਰੇ ਤਾਈਂ ਸਵੀਕਾਰ ਨਾ ਕਰੋ ਜੀ। ਸੰਗਤ ਕਰਹਿ ਭਵ ਸਾਗਰ, ਸਕਲ ਜਗਤ ਮਹਿ ਹੋਏ ਉਜਾਗਰ। ਤੇ ਬਹੁਤ ਜ਼ਿਆਦਾ ਸੰਗਤ ਇਹਨਾਂ ਦੇ ਚਰਨਾਂ ਦੀ ਸ਼ਰਨ ਤੇ ਆਸਰਾ ਲਵੇਗੀ, ਜਿਹਦੇ ਕਾਰਨ ਕਰਕੇ ਬਹੁਤ ਸਾਰੇ ਜੀਵ ਇਸ ਫਾਨੀ ਇਸ ਭਵ ਸਾਗਰ ਤੋਂ ਨਿਸਤਾਰਾ ਪ੍ਰਾਪਤ ਕਰਨਗੇ ਜੀ। ਬਹੁਤ ਨਰਨ ਕੀ ਕਰਹਿ ਉਧਾਰਾ, ਨਾਮ ਭਗਤ ਦੇ ਦਾਨ ਉਦਾਰਾ। ਤੇ ਬਹੁਤ ਸਾਰੇ ਸਰੀਰਾਂ ਦਾ ਇਹ ਕਲਿਆਣ ਕਰਨਗੇ ਤੇ ਬੜੇ ਜੀਵ ਜਿੱਥੇ ਇਹਨਾਂ ਤੋਂ ਮੁਕਤੀ ਦਾ ਰਸਤਾ ਸਮਝਣਗੇ ਤੇ ਸਵੀਕਾਰਨਗੇ, ਉਥੇ ਇਹਨਾਂ ਦੇ ਕੀਤੇ ਮਹਾਨ ਪਰਉਪਕਾਰ ਨੂੰ ਵੀ ਦੂਜੇ ਜੀਵਾਂ ਤਾਈਂ ਜੀਵ ਸਰੀਰਾਂ ਵਿੱਚ ਰਹਿੰਦੇ ਹੋਏ ਦਰਸਾਉਣਗੇ ਜੀ। ਦੁਹਰਾ ਵਣ ਤ੍ਰਿਣਾਉ, ਭੂਮ ਆਕਾਸ਼ ਮਹੇ ਹੋਏ ਅਦਕ ਪ੍ਰਤਾਪ। ਤੇ ਇਹਨਾਂ ਦਾ ਜਿਹੜਾ ਪ੍ਰਤਾਪ ਹੈ, ਜਿਸ ਨਾਮ ਤੇ ਤੁਸੀਂ ਸੰਦੇਹ ਕਰ ਰਹੇ ਹੋ, ਨਾਨਕ ਜੀ ਦਾ ਜਿਹੜਾ ਨਾਮ ਹੈ, ਇਹ ਹੁਣ ਬਹੁਤ ਜ਼ਿਆਦਾ ਜਗਤ ਦੇ ਵਿੱਚ ਹੀ ਨਹੀਂ ਵਿਦਿਅਤ ਹੋਏਗਾ, ਤਿੰਨਾਂ ਜਹਾਨਾਂ ਦੇ ਵਿੱਚ ਵਿਦਿਅਤ ਹੋਵੇਗਾ ਜੀ। ਪਰਮ ਪੁਰਾਤਨ ਪੁਰਖ ਪਰ, ਮਾਨਵ ਕਰਹਿ ਜਾਪ। ਇਹਨਾਂ ਦੇ ਨਾਮ ਦਾ ਜਾਪ ਤੇ ਹੁਣ ਤਿੰਨਾਂ ਹੀ ਲੋਕਾਂ ਦੇ ਜੀਵ ਜਪਣਗੇ।
ਤੇ ਇਹਨਾਂ ਨੂੰ ਤੁਸੀਂ ਪਰਮ ਪੁਰਖ ਪੁਰਾਤਨ ਉਸ ਪਰਮੇਸ਼ਵਰ ਦਾ ਅਨਾਦਿ ਸਰੂਪ ਜਾਣਨਾ ਕਰੋ ਜੀ। ਜਾ ਪਈ ਗੋਗਿਰ ਸਾਗਰ ਮਾਰਗ ਦੇਈ ਨਿਸਬਸੁਰ ਆਇਸ ਮਹਸੇ। ਤੇ ਇਹਨਾਂ ਤਾਂ ਇਹ ਜਦੋਂ ਜੀਵਾਂ ਦੇ ਉਧਾਰ ਲਈ ਕਿਸੇ ਚੜ੍ਹਾਈ ਕਰਿਆ ਕਰਨ ਨਾ, ਗੋ ਨਾਮ ਧਰਤੀ ਦਾ ਹੈ, ਗਿਰ ਕਹਿੰਦੇ ਪਰਬਤ ਤਾਈਂ, ਇਹਨਾਂ ਤਾਂ ਹੀ ਧਰਤੀ ਵੀ ਰਸਤਾ ਦੇਵੇਗੀ, ਇਹਨਾਂ ਤਾਂ ਹੀ ਪਹਾੜ ਵੀ ਰਸਤਾ ਦੇਣਗੇ, ਤੇ ਪਹਾੜ ਦੇ ਨਾਲ ਇਹਨਾਂ ਤਾਂ ਹੀ ਸਾਗਰ। ਇਹੀ ਕਾਰਨ ਸੀ ਕਿ ਜਦੋਂ ਸਤਿਗੁਰਦੇਵ ਜਗਤ ਜੀਵਾਂ ਦੇ ਉਧਾਰ ਲਈ ਜਾਂਦੇ ਸੀ ਨਾ, ਤੇ ਮਰਦਾਨੇ ਦੇ ਕਹਿੰਦੇ ਸੀ ਮਰਦਾਨੇ ਅੱਖਾਂ ਮੀਚ। ਤੇ ਇੱਥੇ ਸਤਿਗੁਰਦੇਵ ਜੀ ਦੇ ਇਹਨਾਂ ਸ਼ੁਭ ਲਕਸ਼ਣਾਂ ਤਾਈਂ ਆਪਣੇ ਜੋਤਿਸ਼ ਦੇ ਗਿਆਨ ਦੇ ਅਨੁਸਾਰ ਪੰਡਤ ਹਰਦਿਆਲ ਜੀ ਦਰਸਾ ਰਹੇ ਹੈ ਕਿ ਇਹਨਾਂ ਨੂੰ ਧਰਤੀ ਵੀ ਰਸਤਾ ਦੇਵੇਗੀ, ਇਹਨਾਂ ਤਾਈਂ ਪਹਾੜ ਵੀ ਰਸਤਾ ਦੇਣਗੇ, ਇਹਨਾਂ ਤਾਈਂ ਚੱਲਦੇ ਤੇਜ਼ ਸਮੁੰਦਰਾਂ ਦੇ ਪ੍ਰਵਾਹ ਵੀ ਰਸਤਾ ਦੇਣਗੇ, ਤਾਂ ਤੇ ਤੁਸੀਂ ਇਹਨਾਂ ਨੂੰ ਜਗਤ ਦੇ ਕਲਿਆਣ ਕਰਤਾ ਜਾਣਨਾ ਕਰੋ ਜੀ। ਕਰ ਵਿਚਾਰੇ ਨਾਨਕ ਨਾਮਾ ਜਨਮੈ ਰਖਿਓ ਬ੍ਰਹਮਾ। ਤਾਂ ਤੁਸੀਂ ਮੇਰੇ ਬਚਨਾਂ ਤੇ ਨਿਸ਼ਚਾ ਲਿਆਓ, ਧੀਰਜ ਕਰੋ, ਇਹ ਨਾਮ ਹੈ ਬਹੁਤ ਸੋਚ ਸਮਝ ਕੇ ਤੇ ਗਹਿਰੀ ਵਿਚਾਰ ਕਰਕੇ ਇਹ ਰੱਖਣਾ ਕੀਤਾ ਹੈ ਜੀ। ਹਿੰਦੂ ਤੁਰਕ ਜਪਹਿੰਗੇ ਦੋ ਸ਼ਾਮਲ ਨਾਮੇ ਜਾਨੋ ਸੋ। ਆਦੇ ਤੁਸੀਂ ਇਹਨਾਂ ਦੇ ਨਾਮ ਤੇ ਸੰਸਾ ਨਾ ਕਰੋ, ਇਹਨਾਂ ਦਾ ਨਾਮ ਦੋਹਾਂ ਮਤਾਂ ਦੇ ਲੋਕ ਜਪਣਗੇ ਤੇ ਇਹਨਾਂ ਦਾ ਨਾਮ ਜਪਦੇ ਹੋਏ ਆਪਣੇ ਜੀਵਨ ਦਾ ਨਿਸਤਾਰਾ ਕਰਨਗੇ ਜੀ। ਭਵ ਪਤਰੀ ਮਹੇ ਅਹ ਸ਼ੁਭ ਬਾਤਾ ਜੋ ਹੀਰੀ ਸੁਭਾਤੀ ਖਿਆਤਾ। ਤੇ ਇਸ ਕਰਕੇ ਮੈਂ ਆ ਦੇਖੋ ਹੁਣੇ ਭਵਪੱਤਰੀ ਵਿੱਚ ਵੀ ਇਹਨਾਂ ਦਾ ਨਾਮ ਅੰਕਿਤ ਕਰਕੇ ਲਿਆਇਆ ਹਾਂ, ਤੇ ਤੁਸੀਂ ਇਹਨਾਂ ਬਚਨਾਂ ਦੀ ਕਾਰ ਉਹਨੂੰ ਨਿਸੰਗ ਹੋ ਕੇ ਕਮਾਉਣਾ ਕਰੋ ਜੀ। ਚਾਲੂ ਕੂਰ ਨ ਲਖੀਏ ਕੋ ਕਹੀ ਸਾਜ ਮੈਂ ਨਿਹਚੇ ਹੋਏ ਸੋ। ਤੇ ਅੱਗੋਂ ਪੰਡਤ ਹਰਦਿਆਲ ਜੀ ਬਾਬਾ ਕਾਲੂ ਜੀ ਦਾ ਹੋਰ ਨਿਸ਼ਚਾ ਬਣਾਉਂਦੇ ਕਹਿਣ ਲੱਗੇ, ਤੁਸੀਂ ਬਾਬਾ ਕਾਲੂ ਜੀ ਇਹਨਾਂ ਬਚਨਾਂ ਤੇ ਨਿਸ਼ਚਾ ਜਾਣਨਾ ਕਰੋ, ਮੈਂ ਤੁਹਾਡੇ ਤਾਈਂ ਸੱਚ ਹੀ ਕਹਿ ਰਿਹਾ, ਇਹਦੇ ਵਿੱਚ ਰੱਤਾ ਜਿੰਨਾ ਝੂਠ ਤੇ ਸੰਦੇਹ ਨਹੀਂ ਹੈ ਜੀ। ਨਾਨਕ ਨਾਮ ਅਰਥ ਤੇ ਸੁਣੀਏ ਪਰਮ ਪਰਨ ਬਰੇ ਉਰ ਮਹਿ ਗੁਨੀਏ। ਜੇ ਹੁਣ ਤੁਹਾਨੂੰ ਮੇਰੀ ਗੱਲ ਤੇ ਸੰਸਾ ਤੇ ਮੈਂ ਤੁਹਾਨੂੰ ਇਹਨਾਂ ਦੇ ਨਾਮ ਦੇ ਹੁਣ ਅੱਖਰੀ ਅਰਥ ਵੀ ਕਰਕੇ ਸੁਣਾ ਦਿੰਦਾ ਹਾਂ, ਤੇ ਤੁਸੀਂ ਅੱਖਰ ਅੱਖਰ ਨਾਮ ਦਾ ਹੁਣ ਸਮਝ ਤੇ ਜਾਣ ਲੈਣਾ ਇੰਜ ਕਰੋ ਜੀ। ਅਮਿਤ ਵਾਕ ਜੋ ਨਕਾਰ ਨ ਪਮਾਨ ਅਬਿਧਾਨਾ ਜਾਨਮ ਤਾਹੂ ਤੇ ਅਕਾਰ ਲੇ। ਤਾਂ ਤੇ ਤੁਸੀਂ ਹੁਣ ਮੇਰੀ ਬੇਨਤੀ ਨੂੰ ਸਵੀਕਾਰ ਨਾ ਕਰੋ। ਹੁਣ ਪ੍ਰਾਕ ਜੋ ਨਕਾਕ ਨਾ ਪੁਨਾਮ, ਹੁਣ ਜਿਹੜਾ ਪਹਿਲਾ ਨੰਨਾ ਹੈ, ਹੁਣ ਨਾਨਕ ਨਾਮ ਦੇ ਵਿੱਚ ਹੁਣ 3 ਅੱਖਰ ਨੇ ਤੇ ਚੌਥੀ ਇੱਕ ਮਾਤਰਾ ਪਹਿਲੇ ਨੰਨੇ ਦੇ ਨਾਲ ਹੈ। ਤੋ ਹੁਣ ਕਵੀ ਰਾਜ ਇੱਥੇ ਹੁਣ ਸਮਝਾਉਣ ਲੱਗੇ ਆਪਣੇ ਜੀਵਾਂ ਤਾਈਂ ਕਿ ਪਹਿਲੇ ਨੰਨੇ ਦਾ ਭਾਵ ਤੁਸੀਂ ਜਾਣਨਾ ਕਰੋ ਅਨਾਦਿ ਉਹ ਪੁਰਖ ਜਿਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਜੀ। ਹੁਣ ਉਸ ਪੁਰਖ ਨੂੰ ਤੁਸੀਂ ਹੁਣ ਨੰਨਾ ਜਾਣਨਾ ਕਰੋ ਤੇ ਉਸ ਤਾਈਂ ਹੁਣ ਸ੍ਰੇਸ਼ਟ ਤੇ ਮਹਾਨ ਸਮਝਣਾ ਕਰੋ ਜੀ। ਅਨਕ ਪੁਨ ਤੀਨ ਹੈ ਦੂਸਰੇ ਨਕਾਰ ਤੇ ਨਿਕਾਰ ਕੈ ਆਕਾਰ ਕਰ। ਤੇ ਪਹਿਲੇ ਨੰਨੇ ਨੂੰ ਛੱਡ ਕੇ ਹੁਣ ਪਿੱਛੇ ਅੱਖਰ 3 ਬਚਦੇ, ਇੱਕ ਪਹਿਲੇ ਨੰਨੇ ਦੇ ਨਾਲ ਲੱਗੀ ਆੜੇ ਦੀ ਮਾਤਰਾ ਤੇ ਦੂਜੇ 2 ਅੱਖਰ ਨੰਨਾ ਤੇ ਕੱਕਾ, ਤੇ ਇਹਨਾਂ ਤਾਈਂ ਤੁਸੀਂ 3 ਜਾਣਨਾ ਕਰੋ। ਤੇ ਫਿਰ ਤਿੰਨਾਂ ਦੇ ਨਾਲ ਫਿਰ ਜਿਹੜਾ ਪਹਿਲਾ ਆੜਾ ਹੈ ਉਹਨੂੰ ਕੱਢ ਦੇਣਾ ਕਰੋ, ਵੱਖਰਾ ਕਰ ਦੇਣਾ ਕਰੋ, ਤੇ ਫਿਰ ਪਿੱਛੇ ਨਾਮ ਬਚੇਗਾ ਅੱਕ ਜੀ। ਭਇਓ ਅਨ ਅਕ 4 ਬਰਨ ਸੁਕੀਨ ਹੈ ਅਕ ਨਾਮ ਦੁਖ ਗੋਬਿੰਦ ਹੈ ਜਗਤ ਮਦ ਨਾ ਜਾ ਨਰ ਕੋ ਨਹੀਂ ਦੁਖ ਕਹਾਂ ਸਦਾ ਸੁਖ ਲੀਨ ਹੈ। ਇਸ ਪ੍ਰਕਾਰ ਤੁਸੀਂ ਫਿਰ ਇਹਨਾਂ 4 ਅੱਖਰਾਂ ਤਾਈਂ ਫਿਰ 2 ਅੱਖਰ ਹੁਣ ਮੂਲ ਪਹਿਚਾਨਣਾ ਕਰੋ, ਅੱਕ ਤੇ ਨੱਕ। ਅੱਕ ਦਾ ਭਾਵ ਹੁੰਦਾ ਦੁੱਖ ਤੇ ਨੱਕ ਦਾ ਭਾਵ ਹੁੰਦਾ ਨਹੀਂ। ਤੋ ਇਹਨਾਂ ਨੂੰ ਤੁਸੀਂ ਉਹ ਸਮਝਣਾ ਕਰੋ ਵੀ ਜਿਨ੍ਹਾਂ ਨੂੰ ਕਿਤੇ ਵੀ ਦੁੱਖ ਨਹੀਂ, ਕਿਹਨਾਂ ਨੂੰ ਕਿਤੇ ਦੁੱਖ ਨਹੀਂ। ਹੁਣ ਗੁਰੂ ਨਾਨਕ ਸਾਹਿਬ ਨੂੰ ਕੋਈ ਦੁੱਖ ਨਹੀਂ। ਇਸ ਨਾਨਕ ਨਾਮ ਵਾਲੇ ਪਰਮੇਸ਼ਵਰ ਸਰੂਪ, ਪਰਮੇਸ਼ਵਰ ਦੇ ਨਿਰਾਕਾਰ ਸਰੂਪ ਤਾਂ ਹੀ ਕੋਈ ਦੁੱਖ ਨਹੀਂ ਹੈ ਜੀ। ਐਸੋ ਇਹ ਨਾਨਕ ਕੇ ਨਾਮ ਤੋਂ ਅਰਥ ਚੀਨੋ ਸਤ ਚਿਤ ਆਨੰਦ ਨਿਤ ਭਗਤ ਅਧੀਨ ਹੈ। ਆਦੇ ਤੁਸੀਂ ਇਸ
ਆਪਣੇ ਪੁੱਤਰ ਨਾਨਕ ਦਾ ਨਾਮ ਹੁਣ ਨਾਨਕ ਜਾਣਨਾ ਕਰੋ, ਜਿਨ੍ਹਾਂ ਨੂੰ ਕਿਤੇ ਕੋਈ ਦੁੱਖ ਨਹੀਂ, ਜਿਨ੍ਹਾਂ ਨੂੰ ਕਿਤੇ ਕੋਈ ਕਲੇਸ਼ ਨਹੀਂ ਹੈ, ਤੇ ਇਹਨਾਂ ਦੇ ਇਸ ਨਾਨਕ ਨਾਮ ਤਾਂ ਹੀ ਤੁਸੀਂ ਸਨਮਾਨਨਾ ਤੇ ਸਤਿਕਾਰ ਨਾ ਕਰੋ। ਤੇ ਇਹਨਾਂ ਦਾ ਨਾਮ ਸਦਾ ਹੀ ਜਗਤ ਜੀਵਾਂ ਨੂੰ ਸੱਚ ਦਾ ਆਨੰਦ, ਭਾਵ ਸਦਾ ਹੀ ਚਿੱਤ ਨੂੰ ਸੱਚਾ ਆਨੰਦ ਦੇਣ ਵਾਲਾ ਹੈ। ਤੇ ਇਸ ਨਾਮ ਨੂੰ ਤੁਸੀਂ ਆਪਣੇ ਚਿੱਤ ਵਿੱਚ ਹੁਣ ਸਿਮਰਨਾ ਬਾਰੰਬਾਰ ਕਰੋ ਜੀ। ਦੁਹਰਾਉ ਪਰਮ ਹਰਖ ਕਾਲੋ ਕਰਤ ਸੁਨ ਦਿਸ਼ਬਰ ਕੇ ਬੈਨਾ। ਜਦੋਂ ਹੁਣ ਇੱਥੇ ਪੰਡਤ ਹਰਦਿਆਲ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਵੀ ਹੁਣ ਸ਼ਬਦੀ ਅਰਥ ਕਰਕੇ ਸੁਣਾ ਦਿੱਤੇ ਹੈ, ਤੇ ਬਹੁਤ ਜ਼ਿਆਦਾ ਬਾਬਾ ਕਾਲੂ ਜੀ ਕਿਰਤਾਰਥ ਹੋਏ ਹੈ। ਤੇ ਹੁਣ ਆਪਣੇ ਪੁੱਤਰ ਦਾ ਨਾਮ ਨਾਨਕ ਸੁਣ ਕੇ ਬਾਬਾ ਕਾਲੂ ਜੀ ਹੁਣ ਫੂਲੇ ਨਹੀਂ ਸਮਾ ਰਹੇ ਜੀ। ਸਾਦਰ ਦੀਨ ਉਪਾਇਨ ਗਇਓ ਬਹਰ ਨਜੈਨਾ। ਤੇ ਬਹੁਤ ਸੋਹਣੀਆਂ ਫਿਰ ਬਾਬੇ ਕਾਲੂ ਜੀ ਨੇ ਪੰਡਤ ਹਰਦਿਆਲ ਜੀ ਤਾਂ ਹੀ ਭੇਟਾਵਾਂ ਉਪਹਾਰ ਦਿੱਤੇ। ਤੇ ਪੰਡਤ ਹਰਦਿਆਲ ਜੀ ਨੇ ਵਧਾਈ ਦਿੰਦੇ ਹੋਏ ਬਾਬੇ ਕਾਲੂ ਤੋਂ ਭੇਟਾਵਾਂ ਲਈਆਂ ਤੇ ਆਪਣੇ ਘਰ ਵੱਲ ਨੂੰ ਚਾਲਾ ਪਾਇਆ ਹੈ ਜੀ। ਚੌਪਈ ਜਾਵਤ ਦਿਜਬਰ ਹਿਰਦੈ ਵਿਚਾਰਤ ਗੱਟੀ ਕਿਰਤ ਹੋਵਤ ਅਤ ਆਰਤ। ਤੇ ਪੰਡਤ ਜੀ ਨੇ ਬਹੁਤ ਸਾਰੀਆਂ ਭੇਟਾਵਾਂ ਆਪਣੇ ਮੋਢੇ ਚੁੱਕੀਆਂ ਹੋਈਆਂ ਤੇ ਘਰ ਨੂੰ ਆ ਰਹੇ ਪੰਡਤ ਹਰਦਿਆਲ ਜੀ, ਤੇ ਚਿੱਤ ਵਿੱਚ ਹੁਣ ਗਿਣਤੀਆਂ ਗਿਣਦੇ ਆ ਰਹੇ ਹੈ ਜੀ। ਦੇਹ ਬ੍ਰਤ ਪੀਪਸ ਬਿਹਾਵਾ ਜਾਂਦੀ ਭਇਓ ਮੁਝ ਮਨ ਪਛਤਾਵਾ। ਤੇ ਹੁਣ ਕੀ ਵਿਚਾਰਾਂ ਕਰਦੇ ਆ ਰਹੇ, ਕੀ ਗਿਣਤੀਆਂ ਗਿਣਦੇ ਆ ਰਹੇ, ਗਿਣਤੀਆਂ ਗਿਣਦੇ ਆ ਰਹੇ ਕਿ ਮੇਰੀ ਤਾਂ ਸਰੀਰ ਕਰਕੇ ਉਮਰੀ ਬਹੁਤ ਹੋ ਚੁੱਕੀ ਹੈ, ਹੁਣ ਪਤਾ ਨਹੀਂ ਮੇਰੇ ਤਾਂ ਸਰੀਰ ਦੇ ਵਿੱਚ ਪ੍ਰਾਣ ਕਿੰਨਾ ਕੁ ਚਿਰ ਹੈਣ ਜੀ। ਨਹ ਦੇਖਵਾ ਮੈਂ ਇਹ ਬਰਤਾਪੂ ਪੂਰਬ ਸੂਰਤ ਪੰਡਤ ਆਪੋ। ਆਪਣੇ ਆਪੇ ਤੇ ਬਹੁਤ ਜ਼ਿਆਦਾ ਪੰਡਤ ਜੀ ਝੁਰ ਰਹੇ ਹੈ ਕਿ ਹੁਣ ਇਸ ਪਰਮਾਤਮਾ ਦੇ ਸਰੂਪ ਬਾਲਕ ਨਾਨਕ ਦੇ ਕੌਤਕ ਪਤਾ ਨਹੀਂ ਮੈਂ ਜੀਵਨ ਵਿੱਚ ਦੇਖ ਸਕਾਂਗੇ ਕਿ ਨਹੀਂ, ਕਿਉਂਕਿ ਮੇਰੀ ਤਾਂ ਉਮਰ ਬਹੁਤ ਜ਼ਿਆਦਾ ਸਰੀਰ ਕਰਕੇ ਬਤੀਤ ਹੋ ਚੁੱਕੀ ਹੈ। ਹੁਣ ਆਪਣੇ ਬਹੁਤੇ ਬਹਿ ਚੁੱਕੇ ਜੀਵਨ ਦੇ ਸਵਾਸਾਂ ਦੀ ਪੂੰਜੀ ਤੇ ਪੰਡਤ ਹਰਦਿਆਲ ਜੀ ਪਛਤਾਤਾਪ ਕਰਨ ਲੱਗੇ ਹੈ ਜੀ। ਕਉ ਲਗ ਮੈਂ ਜੀਵ ਜਗ ਮਾਹੀ ਪੂਰਨ ਭਾਗ ਹੈ ਕੀ ਮਮ ਨਾਹੀ। ਇਹ ਆਪਣੇ ਚਿੱਤ ਵਿੱਚ ਵਾਸ ਰਹੇ ਹੈ, ਪਤਾ ਨਹੀਂ ਵੀ ਮੇਰੇ ਕੋਈ ਪੂਰਵ ਦੇ ਵੱਡੇ ਭਾਗ ਹੋਣੀ ਵੀ ਜਿਹਦੇ ਕਰਕੇ ਮੈਂ ਇਹਨਾਂ ਦੇ ਹੁਣ ਬਾਲ ਚੋਜ ਹੀ ਦੇਖ ਸਕਾਂ, ਵੀ ਇਤਨਾ ਕੁ ਤਾਂ ਹੁਣ ਮੈਨੂੰ ਹੇ ਅਕਾਲ ਪੁਰਖ ਹੇ ਪ੍ਰਭੂ ਤੁਸੀਂ ਸਮਾਂ ਪ੍ਰਦਾਨ ਹੀ ਕਰਨਾ ਜੀ। ਸੇ ਸੁਰਤਾ ਤਜ ਆਵਹਿ ਤਰਨਾ ਤਰਨਾ ਹੀ ਉਦਰਹਿ ਨਰਮਹਿ ਸੰਗਤ ਪਾਹੀ। ਤੇ ਹੁਣ ਆਪਣੇ ਵਿੱਚ ਹੁਣ ਜੋਹਾਰਾਂ ਕਰ ਰਹੇ ਹੈ, ਹੁਣ ਕਿਹਦੇ ਤਾਈਂ ਜੋਹਾਰਾਂ ਵੀ ਬਾਲਕ ਨਾਨਕ ਜੀ ਤਾਈਂ ਕਰ ਰਹੇ ਹੈ, ਕਿਉਂਕਿ ਉਹਨਾਂ ਵਿੱਚੋਂ ਤੇ ਅਕਾਲ ਪਰਮੇਸ਼ਵਰ ਦੇ ਦੀਦਾਰ ਹੋ ਰਹੇ ਹੈ। ਜੋਹਾਰਾਂ ਕਰ ਰਹੇ ਹੇ ਸਤਿਗੁਰੂ ਨਾਨਕ ਹੁਣ ਤੁਸੀਂ ਕਿਰਪਾ ਕਰਨਾ, ਹੁਣ ਤੁਸੀਂ ਅੱਜ ਬਾਲਪਣੇ ਦਾ ਛੱਡ ਹੁਣ ਸਮਾਂ ਤੁਸੀਂ ਸਿੱਧਾ ਤਰਨਾ ਦਾ ਭਾਵ ਜਵਾਨੀ ਦੀ ਅਵਸਥਾ ਨੂੰ ਮਾਣੋ, ਤੇ ਤਾਂ ਤੇ ਮੈਂ ਤੁਹਾਡੇ ਚਰਨਾਂ ਦੀ ਸੰਗਤ ਮਾਣਦੇ ਹੋਏ ਆਪਣੇ ਆ ਬਿਰਧ ਸਮੇਂ ਦੇ ਬਚੇ ਕੁਝ ਸਵਾਸਾਂ ਨੂੰ ਸਕਾਰਤ ਕਰ ਸਕਾਂ ਜੀ। ਬਿਨੈ ਕਰੋ ਮੈਂ ਕਰਹਿ ਉਧਾਰਾ ਭਵ ਬੰਧਨ ਤੇ ਹੋਇ ਛੁਟਕਾਰਾ। ਹੁਣ ਆਪਣੇ ਘਰ ਨੂੰ ਜਾ ਰਹੇ ਹੈ ਤੇ ਰਸਤੇ ਵਿੱਚ ਹੁਣ ਬੇਨਤੀਆਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਕਰ ਰਹੇ ਹੈ, ਤੇ ਸਮਝ ਰਹੇ ਹੈ ਚੇਤੀ ਚਿੱਤ ਕਿ ਮੇਰਾ ਕਲਿਆਣ ਹੋ ਜਾਏਗਾ ਜੇ ਮੇਰੇ ਤਾਈ ਮੇਰੇ ਪ੍ਰੀਤਮ ਨੇ ਮੇਰੀ ਜੋਹਾਰ ਨੂੰ ਸਵੀਕਾਰ ਕਰ ਲੈਣਾ ਕੀਤਾ ਜੀ। ਅੰਤਰ ਜਾਮੀ ਜਾਨਤ ਜਾਨਹੀ ਮਮ ਉਰ ਕੀਜੇ ਬਾਲ। ਇੱਧਰ ਹੁਣ ਆਪਣੇ ਬੰਦੂ ਸਤਿਗੁਰੂ ਦੇਵ ਜੀ ਦੇ ਚਰਨਾਂ ਤੇ ਕੀਤੀਆਂ ਜਾ ਰਹੀਆਂ, ਰਸਤੇ ਜਾਂਦੇ ਪੰਡਤ ਜੀ ਨੂੰ ਜਿਹੜੀਆਂ ਜੋਹਾਰਾਂ ਨੇ, ਹੁਣ ਉਹਨਾਂ ਜੋਹਾਰਾਂ ਤੇ ਵੀ ਪੰਡਤ ਜੀ ਨੂੰ ਰੱਤਾ ਜਨਾਸਦੇ ਨਹੀਂ। ਹੁਣ ਆਪਣੇ ਤਾਂ ਹੀ ਸਮਝਾ ਰਹੇ ਨਹੀਂ ਮਨ ਵੀ ਤੇਰੀਆਂ ਇਹ ਜੋਹਾਰਾਂ ਉਹ ਬਾਲਕ ਸਰੂਪ ਅੱਜ ਮਹਿਤਾ ਕਲਿਆਣ ਦਾਸ ਦੇ ਘਰ ਜੋ ਪਰਮੇਸ਼ਵਰ ਹੈ ਉਹ ਸੁਣ ਰਿਹਾ ਹੈ, ਅਵਸ਼ ਤੇਰੀ ਇਸ ਚਿੱਤ ਦੀ ਭਾਵਨਾ ਨੂੰ ਉਹ ਪੂਰਿਆ ਕਰੇਗਾ ਜੀ। ਲੀਲਾ ਕੁਸ਼ੁਕ ਦਿਖਾਏ ਮੁਝ ਦੇਹ ਉਪਦੇਸ਼ ਦਇਆਲਾ। ਇਹ ਆਪਣੇ ਬੰਦਿਓ ਹੁਣ ਅਗਲੀ ਗੱਲ ਵੀ ਚੇਤੇ ਵਿੱਚ ਲਿਆਂਦਾ ਸ਼ੁਭ ਸੰਕਲਪ ਹੈ ਕਿ ਹੇ ਕਿਰਪਾ ਦੇ ਘਰ ਤੁਸੀਂ ਕਿਰਪਾ ਕਰਕੇ ਮੈਨੂੰ ਕੁਝ ਬਾਲ ਲੀਲਾ ਮੈਂ ਦਿਖਾ ਦਿਓ। ਜੇ ਮੇਰੇ ਤਾਈਂ ਹੁਣ ਇਤਨਾ ਸਮਾਂ ਹੀ ਨਹੀਂ ਸਰੀਰ ਕਰਕੇ ਵੀ ਮੈਂ ਤੁਹਾਨੂੰ ਦੇ ਜਵਾਨੀ ਦੇ ਹੁਣ ਬੇਅੰਤ ਹੁਣ ਕੌਤਕਾਂ ਨੂੰ ਦੇਖ ਸਕਾਂ, ਤੁਹਾਡੇ ਜਨਮ ਸਮੇਂ ਦੇ ਮਹਾਨ ਜਵਾਨੀ ਵੇਲੇ ਦੇ ਪਰਉਪਕਾਰ ਨੂੰ ਦੇਖ ਸਕਾਂ, ਮੇਰੇ ਤੇ ਕਿਰਪਾ ਕਰੋ।
ਆ ਬਾਲ ਅਵਸਥਾ ਵਿੱਚ ਹੀ ਖੇਡ ਵਰਤਾ ਕੇ ਨਿਹਾਲ ਕਰ ਦੇਣਾ ਕਰੋ ਜੀ। ਚੌਪਈ ਸਹਜ ਗਿਆਨ ਕੇ ਬੋਲਿਓ ਜਪ ਲਓ ਰਾਖਹੁ ਇਹ ਸਰੀਰ ਮਮ ਤਬ ਤੇ ਲਓ। ਹੁਣ ਇਸ ਪ੍ਰਕਾਰ ਪੰਡਤ ਹਰਦਿਆਲ ਜੀ ਹੁਣ ਵਿਚਾਰਾਂ ਸ਼ੁਭ ਚਿਤਵ ਦੇ ਆਪਣੇ ਘਰ ਜਾਂਦੇ ਐ ਤੇ ਫਿਰ ਜਦੋਂ ਘਰ ਪਹੁੰਚਦੇ ਐ ਤੇ ਘਰ ਜਾ ਕੇ ਫੇਰ ਸਾਰੀਆਂ ਵਿਚਾਰਾਂ ਸ਼ੁਭ ਜਿਹੜੀਆਂ ਚਿਤਵੀਆਂ ਉਹਨਾਂ ਨੂੰ ਤੋਂ ਮੂੰਹ ਦਰਕਨਾਰ ਕਰਦੇ ਹੋਣ ਇੱਕੋ ਹੀ ਚਿੱਤ ਵਿੱਚ ਆਸ ਫੇਰ ਲਿਆਉਂਦੇ ਐ। ਕਹਿਣ ਲੱਗੇ ਨਹੀਂ, ਸਤਿਗੁਰੂ ਆਪ ਜੀ ਨੂੰ ਜਿਵੇਂ ਭਾਉਂਦਾ ਬਸ ਉਵੇਂ ਹੀ ਕਰੋ ਤੇ ਮੇਰਾ ਨਿਸਤਾਰਾ ਜਿਵੇਂ ਹੋ ਜਾਏ ਜੀ। ਕਰਤ ਮਨੋਰਥ ਗਇਓ ਨਕੇਤਾ ਜਪਤ ਨਾਮ ਅਵਰਹਿ ਹਿਤਾ। ਬਹੁਤ ਜ਼ਿਆਦਾ ਪ੍ਰੇਮ ਨਾਲ ਬੈਠਾ ਨਾਨਕ ਨਾਮ ਜਪਣ ਆਪਣੇ ਘਰ ਪੰਡਤ ਹਰਦਿਆਲ ਲੱਗਿਆ ਤੇ ਸਮਝਦਾ ਹੈ ਕਿ ਮੇਰੇ ਜੀਵਨ ਦਾ ਉਧਾਰ ਇਸ ਨਾਨਕ ਨੇ ਹੀ ਕਰਨਾ ਹੈ ਜੀ। ਇਹ ਪਸ ਜਾਤ ਹੈ ਵਿਦਿਓ ਕਾਲਾ ਸੁਨੇ ਸੁਨੇ ਤਨਹੂਤ ਵਿਸਾਲਾ। ਤੇ ਸਮਾਂ ਆਪਦੀ ਚਾਲ ਚੱਲ ਰਿਹਾ ਇੱਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰ ਕਰਕੇ ਹੁਣ ਅਵਸਥਾ ਵੱਡੀ ਹੋਣ ਲੱਗੀ ਹੈ ਤੇ ਬਹੁਤਾ ਜਿਵੇਂ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਹੁਣ ਉਮਰ ਕਰਕੇ ਬਾਹਰੋਂ ਵੱਧ ਰਿਹਾ ਹੈ, ਵਿਕਾਸ ਹੋ ਰਿਹਾ ਹੈ ਤੇ ਉਧਰ ਹੁਣ ਪੰਡਤ ਹਰਦਿਆਲ ਦੇ ਚਿੱਤ ਵਿੱਚ ਹੁਣ ਪਹਿਲੇ ਦਿਨ ਦਰਸ਼ਨ ਤੋਂ ਜਿਹੜਾ ਹੁਣ ਉਹ ਪੁੰਗਰਿਆ ਪ੍ਰੇਮ ਦਾ ਬੀਜ ਹੈ ਉਹ ਵੀ ਹੁਣ ਬਹੁਤ ਜ਼ਿਆਦਾ ਪ੍ਰਫੁੱਲਤ ਹੋਣ ਬਿਰਛ ਦੀ ਨਿਆਈ ਲੱਗਾ ਹੈ ਜੀ। ਜਿਹ ਬਿਦ ਹਿਰਦਾ ਗਿਆਨ ਮੁਖੂ ਨਿਤ ਪ੍ਰਤ ਬੜਤ ਦ્વੈਤ ਹਤ ਦੇਵ ਦੁਖੂ। ਤੇ ਆਪਣੇ ਚਿੱਤ ਵਿੱਚ ਜਿਹੜਾ ਕੋਈ ਪਿਆ ਕੋਈ ਦਵੈਤ ਸੀ ਹੁਣ ਉਹਦੇ ਤਾਈਂ ਵੀ ਇਹਨਾਂ ਨੇ ਸਮਾਪਤ ਕਰਨਾ ਕੀਤਾ ਹੈ ਤੇ ਹੁਣ ਆਪਣੇ ਬੰਦੂਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਸਿਮਰ ਰਿਹਾ ਜਿਹੜੇ ਚਰਨਾਂ ਨੇ ਹੁਣ ਜਿਉਂਦੇ ਜੀ ਹੁਣ ਮੁਕਤੀ ਹੁਣ ਵਧੇ ਕਰਕੇ ਦੇਣੀ ਹੈ ਤੇ ਮਰਨ ਕਰਕੇ ਹੁਣ ਮੁਕਤੀ ਦਾ ਉਹ ਬਲ ਦੇਣਾ ਜਿਹਨੂੰ ਪਾ ਕਰਕੇ ਮੁੜ ਭਵਜਲ ਵਿੱਚ ਫੇਰਾ ਹੁੰਦਾ ਨਹੀਂ ਹੈ ਜੀ। ਸ੍ਰੀ ਵਾਲਾ ਸੁਧਰਵਾਚ ਲੋਹਰਾ ਪਰਨਾ ਪਰ ਉਡਾਵਹੀ ਕਹਿ ਨਾਲੇ ਅੰਕਾ। ਇਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਅਜੇ ਨਾਨਕ ਕਹਿ ਕੇ ਪੁਕਾਰਿਆ ਜਾਂਦਾ ਹੁਣ ਮਾਤਾ ਤ੍ਰਿਪਤਾ ਜੀ ਬਹੁਤ ਆਪਣੇ ਅੱਖਾਂ ਦੇ ਤਾਰੇ ਤੇ ਬਹੁਤ ਚਿੱਤ ਦੇ ਪਿਆਰੇ ਤੇ ਦੁਲਾਰੇ ਬਾਲਕ ਤਾਂ ਹੀ ਲਾਡ ਲੜਾਉਂਦੇ ਐ ਤੇ ਕਿਤੇ ਪਲਨਾ ਕਹਿੰਦੇ ਪੀਂਘੇ ਤਾਂ ਹੀ ਪਾਉਂਦੇ ਐ ਤੇ ਕਿਤੇ ਆਪਣੇ ਕੁਛੜ ਲੈ ਮਾਤਾ ਪ੍ਰੇਮ ਦੀ ਹੁਣ ਹੁਲਾਰ ਆਪਣੇ ਪੁੱਤਰ ਤਾਂ ਹੀ ਦਿੰਦੇ ਹੈ ਜੀ। ਲਾਲਤ ਮਾਤ ਵਿਸਾਲ ਹਿਤ ਸੁੰਗਤ ਬਦਨ ਮਯੰਕਾ। ਬਹੁਤ ਮਯੰਕ ਦਾ ਭਾਵ ਹੁੰਦਾ ਚੰਦਰਮਾ ਵਰਗਾ ਮੁਖ ਮਾਤਾ ਨਾਨਕੀ ਤੇ ਮਾਤਾ ਤ੍ਰਿਪਤਾ ਜੀ ਤੇ ਹੁਣ ਭੈਣ ਬੇਬੇ ਨਾਨਕੀ ਵੀ ਚੁੰਮਦੇ ਆ ਕਿਉਂਕਿ ਭੈਣ ਬੇਬੇ ਨਾਨਕੀ ਸਰੀਰ ਕਰਕੇ 5 ਸਾਲ ਵੱਡੇ ਨੇ ਧੰਨ ਗੁਰੂ ਨਾਨਕ ਸਾਹਿਬ ਤੋਂ। ਹੁਣ ਜਿੱਥੇ ਮਾਤਾ ਤ੍ਰਿਪਤਾ ਜੀ ਬਹੁਤਾ ਪ੍ਰੇਮ ਤੇ ਪਿਆਰ ਕਰਦੇ ਆ ਕਿਤੇ ਮੱਥਾ ਚੁੰਮਦੇ ਆ ਕਿਤੇ ਹੁਣ ਲੋਰੀ ਕੁਛੜ ਵਿੱਚ ਚੁੱਕ ਦਿੰਦੇ ਆ ਕਿਤੇ ਫਿਰ ਬੇਬੇ ਨਾਨਕੀ ਆਪਣੇ ਭਰਾਤਾ ਨਾਨਕ ਜੀ ਨੂੰ ਪਾਏ ਹੁਣ ਪੀਂਘੇ ਵਿੱਚ ਫਿਰ ਪਲਨੇ ਵਿੱਚ ਪਿਆ ਹੁਲਾਰਾ ਦਿੰਦੇ ਪ੍ਰੇਮ ਸਹਿਤ ਹੈ ਜੀ। ਚੌਪਈ ਅਨਨ ਆਰਨ ਜਾਤ ਨਿਹਾਰੀ ਲੀਲ ਨਾ ਸਾਤਲ ਲੀਲ ਲਵੰਤਤ ਆਰ ਤੁਹਾਰੀ। ਇਹ ਬਹੁਤ ਸਾਰੇ ਫਿਰ ਇਹ ਜੀਵ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਫਿਰ ਨੇਤਰਾਂ ਤਾਂ ਹੀ ਹੁਣ ਦੇਖਦੇ ਆ ਜਿਹੜੇ ਨੇਤਰ ਸਹਿਜੀ ਸਾਡੇ ਜਗਤ ਜੀਵਾਂ ਦੇ ਜੀਵਨ ਵਿੱਚ ਪਈ ਹੋਈ ਅਗਿਆਨਤਾ ਦੇ ਕਾਲ ਨੂੰ ਆਪਣੇ ਤਾਂ ਹੀ ਹਰਨ ਦੀ ਸਮਰੱਥਾ ਰੱਖਦੇ ਹੈ ਜੀ। ਲੋਚਨ ਅਮਲ ਕਮਲ ਦਲ ਜੈਸੇ ਨਾਸਾ ਤਿਲ ਪ੍ਰਸੂਨ ਨਹਿ ਵੈਸੇ। ਇਹ ਪਿਆਰੇ ਗੁਰੂ ਨਾਨਕ ਸਾਹਿਬ ਦੇ ਨੇਤਰ ਕੈਸੇ ਕਵੀ ਜੀ ਹੁਣ ਇੱਥੇ ਦਰਸਾ ਰਹੇ ਹੈ ਕਿ ਕਮਲ ਫੁੱਲ ਦੀਆਂ ਪੰਖੜੀਆਂ ਜੈਸੇ ਆ ਮੈਲ ਤੋਂ ਰਹਿਤ ਨੇਤਰ ਨੇ ਜਿਹੜੇ ਸਾਡੇ ਜੀਵਾਂ ਦੇ ਜੀਵਨ ਵਿੱਚ ਪਈ ਹੋਈ ਮੈਲ ਨੂੰ ਸਹਿਜੇ ਹਰ ਲੈਂਦੇ ਆ ਤੇ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਨਾਸਕਾਂ ਨੇ ਨੱਕ ਦਾ ਜਿਹੜਾ ਆਕਾਰ ਹੈ ਇਤਨਾ ਸੋਹਣਾ ਹੈ। ਹੁਣ ਗਿਣਿਆ ਵਿਦਵਾਨਾਂ ਨੇ ਕਿ ਤਿਲ ਦੇ ਫੁੱਲ ਬੜੇ ਸੋਹਣੇ ਹੁੰਦੇ ਆ ਪਰ ਤਿਲ ਦੇ ਫੁੱਲਾਂ ਨੂੰ ਵੀ ਤੋਂ ਵੀ ਕਿਤੇ ਸੋਹਣੇ ਮੇਰੇ ਪ੍ਰੀਤਮ ਪਿਆਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਸਕਾ ਹੈਣ ਜੀ। ਸੁੰਦਰ ਅਲੰਕਾਰ ਕਰਵਾਈ ਬਿਨ ਦੁਖ ਨ ਕੈ ਭੁੱਖ ਨ ਪਾਈ। ਇਹ ਬਹੁਤ ਸੋਹਣੇ ਅਲੰਕਾਰ ਕਿਹਾ ਜਾਂਦਾ ਗਹਿਣਿਆਂ ਤਾਂ ਹੀ ਬੜੇ ਸੋਹਣੇ ਕੰਗਣ ਕਢਵਾਏ ਐ ਤੇ ਬਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੱਥਾਂ ਵਿੱਚ ਪਹਿਨਾਏ ਐ ਜਿਨ੍ਹਾਂ ਦਾ ਰਤਾ ਜਿੰਨਾ ਵੀ ਮੇਰੇ ਪਿਆਰੇ ਗੁਰੂ ਨਾਨਕ ਨੂੰ ਦੁੱਖ ਨਹੀਂ ਹੈ ਜੀ। ਬਨੀ ਬਾਜਨੀ ਕਿੰਕਣ ਚਾਰੀ ਕਟ ਮਹਿ ਪਾਈ ਅਤਿ
ਭਾਵਾਰੀ। ਇਹ ਬਹੁਤ ਸੋਹਣੀ ਤੜਾਗੀ ਹੁਣ ਮਾਤਾ ਤ੍ਰਿਪਤਾ ਨੇ ਆਪਣੇ ਪੁੱਤਰ ਜਿਨ੍ਹਾਂ ਨੂੰ ਦੇਖ ਕੇ ਉਸ ਤ੍ਰਿਪਤ ਨਹੀਂ ਹੋ ਰਹੇ, ਉਹਨਾਂ ਦੇ ਲੱਕ ਤੇ ਸਜਾਈ ਹੈ। ਤੇ ਬਹੁਤ ਸੋਹਣੇ ਜਦੋਂ ਹੁਣ ਪਿਆਰੇ ਗੁਰੂ ਨਾਨਕ ਪਲਣੇ ਵਿੱਚ ਪਏ ਲੱਤਾਂ ਮਾਰਦੇ ਹੈ ਤੇ ਬੜੀ ਸੋਹਣੀ ਮਧੁਰ ਹੁਣ ਧੁਨੀ ਦਾ ਆਲਾਪ ਹੁੰਦਾ ਹੈ ਤੇ ਜਿਹੜੀ ਧੁਨੀ ਸਹਿਜੇ ਸਾਡੇ ਜਗਤ ਜੀਵਾਂ ਦੇ ਜੀਵਨ ਨੂੰ ਛੂ ਜਾਂਦੀ ਹੈ ਜੀ। ਕਰਮ ਹੈ ਘਟ ਬਦਨ ਪਰਸੋਂ ਹੈ, ਜੋ ਦੇਖਿਆ ਤਿਸ ਕੋ ਮਨ ਮੋਹ ਤੇ ਹੈ। ਹੱਥਾਂ ਦੇ ਵਿੱਚ ਜਿਹੜੇ ਪਾਏ ਹੋਏ ਹੁਣ ਕੰਗਣ ਹੈ ਬਹੁਤ ਸੋਹਣੇ, ਉਹਨਾਂ ਦੇ ਨਾਲ ਵੀ ਘੁੰਗਰੂ ਹੈ। ਤੇ ਜਦੋਂ ਹੁਣ ਬਾਲਕ ਗੁਰੂ ਨਾਨਕ ਸਾਹਿਬ ਪਲਨੇ ਵਿੱਚ ਪਏ ਹੱਥ ਮਾਰਦੇ ਹੈ ਤੇ ਦੇਖਣ ਵਾਲਿਆਂ ਨੂੰ ਸਹਿਜੇ ਆਪਣੇ ਵੱਲ ਮੋਹ ਲੈਂਦੇ ਹੈ ਜੀ। ਦੋਏ ਦੋਏ ਦਸਨਾ ਅਦਰ ਦੁਤ ਹੋਤੀ, ਸੰਕਟ ਬ੍ਰਿਧਮਾ ਜਿਉ ਜੁਗ ਮੋਤੀ। ਬਹੁਤ ਸੋਹਣੇ ਹੁਣ ਮੁਖ ਵਿੱਚ ਹੁਣ ਸਮਾਂ ਆਪਦੀ ਚਾਲ ਚੱਲਦਾ ਗਿਆ। ਹੁਣ ਦੋ ਦੰਦ ਹੁਣ ਦੋ ਉੱਪਰਲੇ ਪਾਸੇ ਦੋ ਨਿਚਲੇ ਪਾਸੇ ਜਬੜਿਆਂ ਤੇ ਸ਼ੋਭਾ ਪਾ ਰਹੇ। ਹੁਣ ਸੁੱਚੇ ਮੋਤੀਆਂ ਦੀ ਨਿਆਈ ਬਹੁਤ ਸੋਹਣੇ ਲਾਲ ਸੁਰਖਰੂ ਬੁੱਲਾਂ ਵਿੱਚ ਹੈ ਜੀ। ਅੰਗਣ ਮਹਿਖੀ ਰਿੰਗਣ ਗਤਕਾਰੀ, ਚਰਨਾ ਬੁਝ ਖਜਤ ਬਲਹਾਰੀ। ਤੇ ਹੁਣ ਸਤਿਗੁਰ ਦੇ ਪਲਨੇ ਤੋਂ ਬਾਹਰ ਹੁਣ ਵਿਹੜੇ ਵਿੱਚ ਆਂਗਣ ਦਾ ਭਾਵ ਹੁੰਦਾ ਵਿਹੜਾ, ਆਂਗਣ ਵਿੱਚ ਹੁਣ ਰਹਿਣ ਲੱਗੇ ਹੈ ਤੇ ਹੁਣ ਆਪਣੇ ਪੈਰਾਂ ਦੇ ਭਾਰ ਧਰਤੀ ਨੂੰ ਪਿੱਛੇ ਨੂੰ ਧੱਕਦੇ ਹੈ ਜੀ। ਫੇਰ ਦਰ ਹਸਤ ਹਸਾਵਤ ਔਰੀ, ਕਿਲਕਤ ਮੁਖ ਤੇ ਮਾਧੁਰ ਠੌਰੀ। ਤੇ ਹੁਣ ਰਾਏ ਭੋਗੀ ਤਲਵੰਡੀ ਬਾਬਾ ਕਲਿਆਣ ਦਾਸ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਵਿਹੜੇ ਵਿੱਚ ਹੁਣ ਵਿਚਰਦੇ ਹੈ ਤੇ ਹੁਣ ਬਹੁਤ ਜ਼ਿਆਦਾ ਹੁਣ ਮਾਤਾ ਤ੍ਰਿਪਤਾ ਜੀ ਪਿੱਛੇ ਦੌੜਦੇ ਹੈ ਤੇ ਫਿਰ ਮਾਤਾ ਜੀ ਦੇ ਹੱਥ ਨਹੀਂ ਆਉਂਦੇ ਤੇ ਫਿਰ ਪਿੱਛੇ ਮੁੜ ਦੇਖਦੇ ਹੈ ਤੇ ਮਾਤਾ ਜੀ ਜਦੋਂ ਪ੍ਰੇਮ ਦੀ ਘੂਰਨਾ ਘੂਰਦੇ ਹੈ ਤੇ ਅੱਗੋਂ ਹੱਥ ਤੇ ਹੱਥ ਮਾਰ ਹੱਸਦੇ ਹੈ ਤੇ ਮਾਤਾ ਤ੍ਰਿਪਤਾ ਜੀ ਤਾਈ ਤ੍ਰਿਪਤ ਕਰ ਦੇਣ ਵਾਲੀ ਖੁਸ਼ੀ ਆਪਣੇ ਬੰਦ ਨੂੰ ਦਿੰਦੇ ਹੈ ਜੀ। ਇਹਦੇ ਗੁਲ ਕੀ ਆਨੰਦ ਧੂਟੀ, ਮੂਰਤ ਪਿਖ ਜਨ ਆਨੰਦ ਬੂਟੀ। ਤੇ ਬਹੁਤ ਸਾਰੀਆਂ ਬੇਦੀ ਖਾਨਦਾਨ ਬੇਦੀ ਕੁਲ ਦੀਆਂ ਇਸਤਰੀਆਂ ਆਉਂਦੀਆਂ ਤੇ ਬੜੇ ਮਧੁਰ ਬਚਨ ਹੁਣ ਬਾਲਕ ਨਾਨਕ ਨਾ ਬੋਲਦੀਆਂ ਤੇ ਬਹੁਤ ਜ਼ਿਆਦੇ ਉਹਨਾਂ ਦੇ ਸੋਹਣੇ ਸਰੂਪ ਤੋਂ ਆਪਣਾ ਆਪਾ ਗਵਾਉਂਦੀਆਂ ਹੈ ਜੀ। ਕਹਿ ਕਰਤੇ ਕੁਝ ਅੰਗ ਬਸਾਵਹੀ, ਪਰਮ ਪ੍ਰੇਮ ਕਰ ਹਰਖ ਲਡਾਵਹੀ। ਤੇ ਬਹੁਤ ਸਾਰੀਆਂ ਹੁਣ ਇਸਤਰੀਆਂ ਹੁਣ ਪ੍ਰੇਮ ਦੇ ਨਾਲ ਬਾਲਕ ਨਾਨਕ ਨੂੰ ਹੁਣ ਵਿਹੜੇ ਵਿੱਚ ਖੇਡਦੇ ਆ ਆਪਣੇ ਹੁਣ ਹੱਥੀਂ ਆਪਣੀ ਅੰਕ ਮੈਨੇ ਗੋਦੀ ਲੈਂਦੀਆਂ ਤੇ ਗੋਦੀ ਵਿੱਚ ਲੈ ਕੇ ਬੜੇ ਪਿਆਰ ਦੇ ਲਾਡ ਲੜਾਉਂਦੀਆਂ ਹੈ ਜੀ। ਬੋਲੇ ਬਚਨ ਤੋ ਤਰੇ ਮੀਠੇ, ਸੁਨਹਿ ਨਾਰ ਨਰ ਲਗਹਿ ਈਠੇ। ਤੇ ਅੱਗੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਦੇ ਨਾਲ ਬੜੇ ਤੋਤਲੇ ਮਧੁਰ ਮੈਨੇ ਬੜੇ ਮਿੱਠੇ ਬੋਲ ਬੋਲਦੇ ਹੈ, ਜਿਹਦੇ ਕਾਰਨ ਕਰਕੇ ਇਹਨਾਂ ਇਸਤਰੀਆਂ ਦੇ ਚਿੱਤ ਵਿੱਚ ਪਏ ਹੋਏ ਪ੍ਰੇਮ ਦੇ ਭਾਵ ਨੂੰ ਸਹਿਜੇ ਗੁਰੂ ਨਾਨਕ ਸਾਹਿਬ ਲੁੱਟ ਲੈਂਦੇ ਹੈ ਜੀ। ਫੇਰ ਦਮਾਦ ਤਾ ਦਿਨ ਲਗਹੀ, ਫਿਰਤ ਭੂਮਿਕਾ ਅੰਮ੍ਰਿਤ ਕਾ ਲਗਹੀ। ਇਹ ਮਾਤਾ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਦੀ ਪਿਆਰੀ ਮੂਰਤ ਨੂੰ ਦੇਖ ਜੋ ਤ੍ਰਿਪਤ ਨਹੀਂ ਹੁੰਦੇ ਤੇ ਵਿਹੜੇ ਵਿੱਚ ਖੇਡਦੇ ਆ ਪੁੱਤਰ ਨੂੰ ਹੁਣ ਜਰਦੇ ਨਹੀਂ, ਕਿਉਂਕਿ ਪੁੱਤਰ ਜਦੋਂ ਵਿਹੜੇ ਵਿੱਚ ਖੇਡਦਾ ਤੇ ਫਿਰ ਸਰੀਰ ਤਾਂ ਹੀ ਜਿਹੜਾ ਬੜਾ ਸੋਹਣਾ ਹੈ ਉਹਦੇ ਤਾਂ ਹੀ ਮਿਰਤਕਾ ਲੱਗਦੀ ਹੈ ਜੀ। ਲੱਗੀ ਧੂਰ ਤਨ ਧੂਸਰ ਹੋਏ, ਅੰਬਲੇ ਅੰਬਾ ਅੰਗ ਧੋਏ। ਤੇ ਮਾਤਾ ਤ੍ਰਿਪਤਾ ਜੀ ਤੋਂ ਆਪਣੇ ਬਾਲਕ ਦੇ ਅੰਗਾਂ ਨੂੰ ਲੱਗੀ ਹੋਈ ਮਿੱਟੀ ਵਿਹੜੇ ਦੀ ਹੁਣ ਜਰੀ ਨਹੀਂ ਜਾਂਦੀ ਤੇ ਮਾਤਾ ਤ੍ਰਿਪਤਾ ਜੀ ਉਸੇ ਛਨ ਆਪਣੇ ਪੁੱਤਰ ਨਾਨਕ ਜੀ ਨੂੰ ਆਪਣੇ ਕੁਛੜ ਵਿੱਚ ਚੁੱਕਦੇ ਹੈ। ਲੈ ਅੰਬਕਾ ਅੰਬਾ ਦਾ ਭਾਵ ਹੈ ਮਾਤਾ ਦੇ ਅੰਬ ਨਾਮ ਬਣਿਆ ਅੰਬੂ ਤੋਂ। ਹੁਣ ਹਿੰਦੀ ਵਿੱਚ ਅੰਬੂ ਕਿਹਾ ਜਾਂਦਾ ਪਾਣੀ ਤਾਂ ਹੀ ਹੁਣ ਪਾਣੀ ਲੈਂਦੇ ਆ ਮਾਤਾ ਤ੍ਰਿਪਤਾ ਜੀ ਤੇ ਆਪਣੇ ਪੁੱਤਰ ਦਾ ਹੀ ਹੁਣ ਇਸ਼ਨਾਨ ਕਰਵਾਉਂਦੇ ਆਪਣੀ ਗੋਦੀ ਵਿੱਚ ਆਪਣੀ ਕੁਛੜ ਵਿੱਚ ਬਿਠਾਲ ਕਰਵਾਉਂਦੇ ਹੈ ਜੀ। ਮਲ ਕਰ ਮੁਖ ਮੱਜਨ ਕਰਵਾਇਓ, ਪੌਛ ਅੰਗੇ ਪੌਛ ਸਰੀਰ ਅੰਗ ਬੈਸਾਇਓ। ਤੇ ਮੱਜਣ ਕਹਿੰਦੇ ਇਸ਼ਨਾਨ ਮਲ ਕੇ ਕਰਵਾਉਂਦੇ ਐ ਤੇ ਚੰਦਰਮਾ ਜੈਸੇ ਸੋਹਣੇ ਮੁਖ ਤਾਂ ਹੀ ਹੁਣ ਮਲ ਕੇ ਧੋਂਦੇ ਐ ਤੇ ਮਾਤਾ ਜੀ ਫਿਰ ਆਪਣੇ ਹੱਥੀਂ ਆਪਣੇ ਪੁੱਤਰ ਦਾ ਇਸ਼ਨਾਨ ਕਰਵਾ ਫਿਰ ਸੋਹਣੇ ਫਿਰ ਬਸਤਰ ਦੇ ਨਾਲ ਜਿਹੜਾ ਬੜਾ ਸੂਖਮ ਹੈ ਮੁਖ ਨੂੰ ਸਾਫ਼ ਕਰਦੇ ਹੈ ਜੀ। ਦੋਹਰਾ ਝਗਲੀ ਚੀਨ ਨਵੀਨ ਪਨਾ, ਬਹਿਰਾਏ ਤਨ ਤਾਤ
ਪੁੱਤਰ ਦੇ ਸੋਹਣੇ ਤੇ ਪਿਆਰੇ, ਮਨ ਨੂੰ ਮੋਹ ਲੈਣ ਵਾਲੇ ਸਰੀਰ ਤਾਈਂ ਸੋਹਣੀ ਝਗਲੀ ਝਗਲੀ ਮੈਨੇ ਛੋਟਾ ਝੱਗਾ ਪਹਿਨਾਉਂਦੇ ਐ ਤੇ ਬਹੁਤ ਮਾਤਾ ਜੀ ਫਿਰ ਪ੍ਰਸੰਨ ਹੁੰਦੇ ਹੈ ਜੀ। ਪੈ ਕੋ ਪਾਨ ਕਰਾਏ ਕੈ ਪੌੜਾਏ ਕਰਮਾਤ। ਫਿਰ ਆਪਣੀਆਂ ਛਾਤੀਆਂ 'ਚੋਂ ਮਾਤਾ ਤ੍ਰਿਪਤਾ ਜੀ ਦੁੱਧ ਚੁੰਘਾਉਂਦੇ ਐ ਤੇ ਆਪਣੇ ਪੁੱਤਰ ਤਾਈਂ ਫਿਰ ਪੁੱਛੜ ਵਿੱਚ ਬਿਠਾ ਜਿੱਥੇ ਦੁੱਧ ਆਪਣੀਆਂ ਛਾਤੀਆਂ 'ਚੋਂ ਚੁੰਘਾਉਂਦੇ ਐ ਪ੍ਰੇਮ ਦੀ ਲੋਰੀ ਦੇ ਬਾਲਕ ਤਾਈਂ ਹੁਣ ਦੁਪਹਿਰ ਦਾ ਫਿਰ ਆਰਾਮ ਕਰਵਾਉਂਦੇ ਹੋਏ ਸਵਾ ਦਿੰਦੇ ਹੈ ਜੀ। ਚੌਪਈ ਜੁਗਲ ਘਟੇ ਪਲਣਾ ਪਰ ਸੋਏ, ਜਾਗੇ ਪਹੁਰ ਸੁਚੇਤਨ ਹੋਵੇ। ਇਸ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਜੀ ਹੁਣ ਬਾਲਕ ਸਰੂਪ ਵਿੱਚ 2 ਘੜੀਆਂ ਵਿਸ਼ਰਾਮ ਦੁਪਹਿਰ ਸਮੇਂ ਦਾ ਕਰਦੇ ਐ ਤੇ ਪਲਣੇ ਵਿੱਚ, ਪਲਣੇ ਦਾ ਭਾਵ ਹੈ ਪੀਂਘੇ ਵਿੱਚ ਫਿਰ ਮਾਤਾ ਤ੍ਰਿਪਤਾ ਜੀ ਸਲਾਉਂਦੇ ਐ ਤੇ ਸੌਂਦੇ 2 ਘੜੀਆਂ ਤੇ ਤੀਜੀ ਘੜੀ ਦੇ ਫਿਰ ਉਸੇ ਨੂੰ ਉੱਠ ਖੜਦੇ ਐ। ਜਾਗਰਤ ਅਵਸਥਾ ਵਿੱਚ ਸਰੀਰ ਕਰਕੇ ਹੁਣ ਚੇਤਨ ਅਵਸਥਾ ਦੇ ਮਾਲਕ ਗੁਰੂ ਨਾਨਕ ਹੁੰਦੇ ਹੈ ਜੀ। ਲੱਗੇ ਬਾਲ ਲੀਲਾ ਪੁਨ ਕਰਨੇ, ਪਕਰਹਿ ਪਰਨਾ ਹੋਏ ਭਗਤ ਪਰਨੇ। ਇਹ ਹੁਣ ਕਾਲ ਕਹਿੰਦੇ ਸਮਾਂ ਆਪਦੀ ਚਾਲ ਚੱਲਦਾ ਜਾ ਰਿਹਾ ਹੈ। ਹੁਣ ਧਰਤੀ ਤੇ ਆਇਆ ਬਾਲ ਗੁਰੂ ਨਾਨਕ ਨੂੰ ਬੜਾ ਸਮਾਂ ਹੋਇਆ ਜਿਹਦੇ ਕਾਰਨ ਕਰਕੇ ਹੁਣ ਬਾਲਕ ਨਾਨਕ ਜੀ ਹੁਣ ਆਪਣੇ ਬੰਦਗੋਂ ਹੁਣ ਪਲਨੇ ਤੋਂ ਆਈ ਹੁਣ ਸਹਿਜੇ ਬਾਹਰ ਨਿਕਲ ਆਉਂਦੇ ਐ। ਉਹਦੀ ਪਤਾ ਲੱਗਦਾ ਜਦੋਂ ਮਾਤਾ ਨਾ ਤ੍ਰਿਪਤਾ ਜੀ ਤੇ ਅਜੇ ਹੁਣ ਉਹਨਾਂ ਨੂੰ ਪਲਨੇ ਵਿੱਚ ਪਾ ਤੇ ਕੁਝ ਹੁਣ ਆਂਗਣ ਵਿੱਚ ਕੰਮ ਕਰਨ ਜਾਂਦੇ ਐ, ਪਰ ਬਾਹਰ ਆ ਹੁਣ ਪਏ ਹੋਏ ਵਿਹੜੇ ਵਿੱਚ ਉਸ ਪਲਨੇ ਨੂੰ ਜਿਸ ਨਾਲ ਬੰਨਿਆ ਹੋਇਆ ਹੈ ਉਸ ਚਾਰ ਪਾਈ ਤਾਂ ਹੀ ਹੁਣ ਹੱਥ ਪਾਉ ਖੜੇ ਹੋਣ ਦਾ ਸਫਲ ਯਤਨ ਕਰਦੇ ਹੈ ਜੀ। ਭਈਓ ਚਰਨ ਪਾ ਬਲ ਹੋਵਹਿ ਠਾਂਡੇ, ਖੇਲਹਿ ਬਾਲਣ ਮਹਿਤ ਬਾਂਡੇ। ਫਿਰ ਹੌਲੀ ਹੌਲੀ ਹੁਣ ਲੱਤਾਂ ਦੇ ਵਿੱਚ ਹੁਣ ਆਪਣੇ ਸਰੀਰ ਦਾ ਹੁਣ ਵਜਨ ਚੁੱਕਣ ਦਾ ਬਲ ਆਇਆ ਤੇ ਹੁਣ ਹੌਲੀ ਹੌਲੀ ਬਾਲਕਾਂ ਦੇ ਨਾਲ ਹੁਣ ਜਿਹੜੇ ਗਲੀ ਵਿੱਚ ਖੇਡਦੇ ਐ ਹੁਣ ਰਿੜਦੇ ਹੁਣ ਡਿੱਗਦੇ ਹੋਏ ਹੁਣ ਖੜੇ ਹੁੰਦੇ ਹੋਏ ਉਹਨਾਂ ਨਾਲ ਖੇਡਣ ਵਾਸਤੇ ਚਲੇ ਜਾਂਦੇ ਹੈ ਜੀ। ਭੂਖਨ ਸ਼ਬਦ ਪਲਾਵਤ ਹੋਵਤਾ, ਨੈਣ ਸ਼ਬੀਲੀ ਸਭ ਕੋ ਜੋ ਵਤ ਸੋ ਜੋ ਬਤਾ। ਬਹੁਤ ਸੋਹਣੇ ਹੁਣ ਨੇਤਰਾਂ ਦੇ ਵਿੱਚ ਹੁਣ ਤੇਜ ਦਿਵ ਹੈ ਜਿਹੜਾ ਸਹਿਜੇ ਹੀ ਜਗਤ ਜੀਵਾਂ ਤਾਈਂ ਆਪਣੇ ਵੱਲ ਆਕਰਸ਼ਿਤ ਕਰਨ ਦੀ ਸਮਰੱਥਾ ਰੱਖਦਾ ਹੈ ਜੀ। ਬਿਨ ਬੋਲੇ ਨਹੀਂ ਲਹਿ ਆਵਹੀਂ, ਸ਼ਿਸ਼ੂ ਪਸ਼ਚਾਤ ਪਰ ਰਹੇ ਪਰਮਹੇ ਆਤਾਵਹੀ। ਇਹ ਬਹੁਤ ਜ਼ਿਆਦਾ ਬਾਲਕਾਂ ਦੇ ਨਾਲ ਮਿਲ ਖੇਡਦੇ ਐ ਤੇ ਬਾਲਕ ਨਾਲ ਦੇ ਬੜਾ ਸਨੇਹ ਹੁਣ ਬਾਲ ਗੁਰੂ ਨਾਨਕ ਸਾਹਿਬ ਦਾ ਕਰਦੇ ਐ ਤੇ ਬੜੇ ਬਾਲਕ ਉਹਨਾਂ ਦੇ ਪਿੱਛੇ ਫਿਰ ਉਹਨਾਂ ਦੇ ਘਰ ਵੀ ਆ ਜਾਂਦੇ ਹੈ ਜੀ। ਜਨਨੀ ਅਸਨ ਹਕਾਰ ਖੁਖਮ ਖੁਬਾਵਹੀ, ਨਹਿ ਆਗ ਅਗਾਦ ਲੇਖਤ ਬਲ ਜਾਵਹੀ। ਕਿਤੇ ਕਿਤੇ ਤੇ ਖੇਡਣ ਵਿੱਚ ਇਤਨਾ ਮਗਨ ਹੋ ਜਾਂਦੇ ਐ ਕਿ ਹੁਣ ਖਾਣ ਦਾ ਸਮਾਂ ਹੀ ਲੰਘ ਜਾਂਦਾ ਤੇ ਮਾਤਾ ਤ੍ਰਿਪਤਾ ਜੀ ਫਿਰ ਆਵਾਜ਼ਾਂ ਦੇ ਕੇ ਵੀ ਥੱਕ ਜਾਂਦੇ ਤੇ ਆਪ ਆਪਣੇ ਬਾਲਕ ਪੁੱਤਰ ਗੁਰੂ ਨਾਨਕ ਸਾਹਿਬ ਨੂੰ ਗਲੀ ਵਿੱਚੋਂ ਖੇਡਦੇ ਲਿਆਉਂਦੇ ਐ ਤੇ ਆਪਣੇ ਪੁੱਤਰ ਬਿਠਾਏ ਜੇ ਕੁਝ ਭੋਜਨ ਅਚਵਾਉਂਦੇ ਹੈ ਜੀ। ਦੋਹਰਾ ਦੰਦ ਅਰੂਦਨ ਮਾਤ ਤੇ ਅਰਧਕ ਖਾਏ ਪਲਾਏ। ਪਰ ਮਾਤਾ ਤ੍ਰਿਪਤਾ ਜੀ ਦੇ ਬਹੁਤਾ ਜ਼ੋਰ ਪਾਉਣ ਦੇ ਵੀ ਹੁਣ ਪੂਰਾ ਹੁਣ ਭੋਜਨ ਹੁਣ ਪਰੋਸਿਆ ਹੋਇਆ ਨਹੀਂ ਛਕਦੇ। ਹੁਣ ਬਣਾਇਆ ਹੋਇਆ ਜਿਹੜਾ ਖੀਰ ਦਲੀਆ ਹੈ ਉਹ ਅੱਧਾ ਕੀ ਛਕਦੇ ਆ ਤੇ ਅੱਧਾ ਕੋਵੇਂ ਛੱਡ ਵਿੱਚ ਬਾਹਰ ਖੇਡਣ ਵਾਸਤੇ ਦੌੜਦੇ ਹੈ ਜੀ। ਬਾਲਕ ਲੀਲਾ ਕਰਤ ਸਭ ਅਲਖ ਜੋ ਲਖਿਆ ਨ ਜਾਏ। ਬਹੁਤ ਬਾਲ ਲੀਲਾਵਾਂ ਕਰਦੇ ਹੈ ਤੇ ਹੁਣ ਜਿਨ੍ਹਾਂ ਨੂੰ ਹੁਣ ਪੂਰਨ ਤੌਰ ਤੇ ਅਸੀਂ ਅਲਪੱਗ ਜੀਵ ਹੁਣ ਤੁੱਛ ਅੱਖਰਾਂ ਦਾ ਗਿਆਨ ਰੱਖਣ ਵਾਲੇ ਲੱਖ ਨਹੀਂ ਸਕਦੇ ਜੀ। ਚੌਪਈ ਦੇ ਕਰ ਕਾਲੂ ਅੰਕ ਦੁਲਾ ਰਹੀ, ਪਾਵਤ ਸੁਖ ਕੋ ਬਦਨ ਨਿਹਾਰਹੀ। ਬਾਬਾ ਕਾਲੂ ਜੀ ਵੀ ਆਪਣੇ ਅੱਖਾਂ ਦੇ ਤਾਰੇ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਰੂਪ ਤਾਈਂ ਪੁੱਛੜ ਵਿੱਚ ਲੈ ਬਹੁਤਾ ਸਨੇਹ ਚਲਾਉਂਦੇ ਹੈ ਜੀ। ਤਜ ਕਰ ਜਨਕ ਅੰਕ ਕੋ ਜਾਵਹੀ, ਰਲ ਬਾਲਣ ਸੋ ਖੇਲ ਮਚਾਵਹੀ। ਬਾਬਾ ਕਾਲੂ ਜੀ ਦੇ ਪਾਸ ਵੀ ਬਹੁਤਾ ਸਮਾਂ ਨਹੀਂ ਰੁਕਦੇ ਕਿਉਂਕਿ ਹੁਣ ਜਦੋਂ ਹਾਣੀਆਂ ਦੀ ਢਾਣੀ ਬਾਹਰ ਦਰਵਾਜ਼ੇ ਦੇ ਹੁਣ ਖੇਡਦੀ ਦਿਖਾਈ ਦਿੰਦੀ ਹੈ ਉਸੇ ਵੇਲੇ ਬਾਬਾ ਕਾਲੂ ਜੀ ਦੇ ਪੁੱਛੜ ਵਿੱਚੋਂ ਖਿਸਕ ਜਾਂਦੇ ਹੈ ਜੀ। ਸੁੰਦਰਤਾ ਮੰਦਰ ਮੁਖ ਹੀ ਰਹੇ,
ਨਰ ਨਾਰੀ ਚਾਵਤ ਮਗ ਕੀ ਤੇ ਰਹੇ। ਹੁਣ ਬਹੁਤ ਹੁਣ ਸੁੰਦਰਤਾ ਦੀ ਜੋ ਮੂਰਤ ਹੁਣ ਸੋਹਣਾ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਹੈ। ਤੇ ਗਲੀ ਵਿੱਚ ਹੁਣ ਖੇਡਦੇ ਹੁਣ ਜੋ ਜੀਵ ਦੇਖਦੇ ਹੈ ਸਹਿਜ ਜੀ ਹੁਣ ਪਿਆਰੇ ਸਰੂਪ ਨੂੰ ਦੇਖ ਸਤਿਗੁਰੂ ਦੇਵ ਜੀ ਦੀ ਮੂਰਤ ਵੱਲ ਖਿੱਚੇ ਜਾਂਦੇ ਹੈ ਜੀ। ਬੋਲਹਿ ਬੋਲ ਬੁਲਾਵਹਿ ਬਚਨਾ ਗਿਰਾ ਮਾਧੁਰੀ ਜਨ ਕੀ ਰਚਨਾ। ਤੇ ਜੇ ਕੋਈ ਹੁਣ ਆਪਣੇ ਵੱਲੋਂ ਹੁਣ ਮਹਿਤਾ ਕਲਿਆਣ ਦਾਸ ਦੇ ਪੁੱਤਰ ਬਾਲਕ ਨਾਨਕ ਨੂੰ ਬੁਲਾਉਂਦਾ ਹੈ ਤੇ ਬੜੇ ਫਿਰ ਮਧੁਰ ਤੇ ਮਿੱਠੇ ਬੋਲ ਬੋਲਦੇ ਹੈ ਜਿਵੇਂ ਹੁਣ ਮਧੁਰ ਬਾਣੀ ਦੇ ਰਚਨਹਾਰ ਹੀ ਉਹ ਆਪ ਹੋਣ ਜੀ। ਕਹੇ ਪਰਸ ਪਰ ਲੋਕ ਲੁਗਾਈ ਕਾਲੂ ਭਾਗ ਅਹ ਅਧਿਕਾਈ। ਇਹ ਬਾਲਕ ਨਾਨਕ ਦੀ ਹੁਣ ਮਿੱਠੀ ਬਾਣੀ ਮਿੱਠੇ ਬੋਲਾਂ ਤੇ ਤੋਤਲੇ ਹੁਣ ਲਫ਼ਜ਼ਾਂ ਨੂੰ ਸੁਣ ਬਹੁਤ ਪ੍ਰਸੰਨ ਹੁੰਦੇ ਐ ਤੇ ਬੜੀ ਫਿਰ ਚਰਚਾ ਕਰਦੇ ਕਿ ਮਹਿਤਾ ਕਲਿਆਣ ਦਾਸ ਪਟਵਾਰੀ ਦੇ ਬਹੁਤੇ ਵੱਡੇ ਭਾਗ ਵੀ ਜਿਹਦੇ ਕਾਰਨ ਕਰਕੇ ਇਤਨਾ ਸੋਹਣਾ ਇਤਨਾ ਸੁਸੀਲ ਤੇ ਇਤਨਾ ਹੁਣ ਮਨ ਨੂੰ ਮੋਹ ਲੈਣ ਵਾਲਾ ਸਰੂਪ ਲੈ ਇਹਦੇ ਘਰ ਪੁੱਤਰ ਆ ਪਰਮਾਤਮਾ ਸਰੂਪ ਜਨਮਿਆ ਹੈ ਜੀ। ਜਿਸ ਅਵਾਸ ਸੁਤ ਅਸ ਉਪਜਿਓ ਜਿਸ ਅਵਾਸ ਸੁਤ ਅਸ ਉਪਜਿਓ ਸਭ ਬਿਦਨ ਸੋ ਸਭ ਬਿਦ ਸੋ ਨਿਹਾਲ ਭਵ ਭਇਓ। ਤੇ ਹੁਣ ਕਹਿੰਦੇ ਆ ਕਿ ਦੇਖੋ ਕਿੱਡੇ ਵੱਡੇ ਭਾਗ ਹੈ ਮਹਿਤਾ ਕਾਲੂ ਦੇ ਕਿਵੇਂ ਹੁਣ ਨਿਹਾਲ ਮਹਿਤਾ ਕਲਿਆਣ ਦਾਸ ਨੂੰ ਕਰ ਰਹੇ ਆ ਉੱਤੇ ਸਾਨੂੰ ਵੀ ਤੇ ਕਿੰਨਾ ਪਿਆਰ ਕਰਦੇ ਕਿਰਤਾਰਥ ਛਿਨ ਦੀ ਛਿਨ ਕਰਦਾ ਹੈ ਜੀ। ਦੋਹਰਾ ਸਭ ਹੈ ਸੁਭਾਵਕ ਪ੍ਰੇਮ ਮਾਨੋ ਕਰਹਿ ਬਦਨ ਨਿਹਾਰ। ਇਸ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਹੁਣ ਨਾਨਕ ਸਰੂਪ ਦੇ ਵਿੱਚ ਹੁਣ ਬਚਪਨ ਦੇ ਵਿੱਚ ਬਾਲਕ ਅਵਸਥਾ ਦੇ ਵਿੱਚ ਹੀ ਬੜੇ ਸਰੀਰਾਂ ਨੂੰ ਹੁਣ ਕਿਰਤਾਰਥ ਕਰਨ ਲੱਗੇ ਹੈ ਜੀ। ਜੈਸੇ ਜਾਤ ਸਮੁੰਦਰ ਮਹੇ ਸਭ ਸਰਤਾ ਕੋਈ ਬਾਰ। ਬਹੁਤ ਜ਼ਿਆਦਾ ਕਿਰਤਾਰਥ ਸੇਵਕਾਂ ਦਾ ਹੀ ਕਰਦੇ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਮੁੰਦਰ ਵਿੱਚ ਸਮੁੰਦਰ ਦੇ ਬਹੁਤੇ ਪਾਣੀ ਵਿੱਚ ਰਹਿਣ ਵਾਲੇ ਜਲ ਜੰਤ ਬਹੁਤਾ ਪਾਣੀ ਹੁਣ ਜਾਣ ਪ੍ਰਸੰਨਤਾ ਆਪਣੇ ਤਾਂ ਹੀ ਪ੍ਰਗਟਾਉਂਦੇ ਹੈ ਇਸੇ ਤਾਂ ਹੀ ਹੁਣ ਬਹੁਤੇ ਹੁਣ ਗਲੀ ਵਿੱਚ ਦੀ ਲੰਘਣ ਵਾਲੇ ਤੇ ਪਿਆਰੇ ਸਰੂਪ ਦਾ ਦੀਦਾਰ ਕਰਨ ਵਾਲੇ ਪ੍ਰਸੰਨ ਆਪਣੇ ਤਾਂ ਹੀ ਹੁੰਦੇ ਹੈ ਜੀ। ਚੌਪਈ ਚਖ ਚਕੋਰ ਲੋਕਨ ਕੀ ਬ੍ਰਿੰਦਾ ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ। ਤੇ ਬਹੁਤ ਹੁਣ ਜੀਵ ਹੁਣ ਚੰਦਰਮਾ ਜੈਸੇ ਮੁਖ ਦਾ ਦਿਵ ਤੇਜ ਦੇਖ ਚਕੋਰ ਦੀ ਨਿਆਈ ਆਨੰਦਿਤ ਹੁੰਦੇ ਹੈ ਜੀ। ਸੁੰਦਰ ਰੂਪ ਹੇਰ ਰਵ ਨਿਆਈ ਜਨ ਅਰਬਿੰਦ ਬਦਨ ਬਿਗ ਸਾਈ। ਬਹੁਤੇ ਸਰੀਰ ਹੁਣ ਚਿਹਰੇ ਦਾ ਦਿਵ ਤੇਜ ਹੁਣ ਤਪਦੇ ਹੋਏ ਸੂਰਜ ਦੀ ਨਿਆਈ ਦੇਖਦੇ ਹੋਏ ਕਮਲ ਫੁੱਲ ਦੀ ਨਿਆਈ ਵਿਕਸਦੇ ਹੈ ਕਿਉਂਕਿ ਕਮਲ ਫੁੱਲ ਹੁਣ ਸੂਰਜ ਦੇ ਪ੍ਰਕਾਸ਼ ਨੂੰ ਦੇਖ ਕੇ ਖਿੜਦਾ ਤੇ ਇਸੇ ਤਰ੍ਹਾਂ ਹੁਣ ਸੋਹਣੇ ਸੂਰਜ ਦੀ ਨਿਆਈ ਦੈਵੀ ਤੇਜ ਵਾਲੇ ਮੁਖਾਰ ਬਿੰਦ ਦਾ ਤੇਜ ਦੇਖ ਬੜੇ ਜਗਤ ਜੀਵਾਂ ਦੇ ਹਿਰਦੇ ਰੂਪੀ ਕਮਲ ਖਿੜ ਜਾਂਦੇ ਹੈ ਜੀ। ਕੰਟਕ ਜੋ ਸੁਨ ਕੈ ਬਰਬਾਨੀ ਰਹਿ ਠਾਂਡ ਢਿਗ ਮ੍ਰਿਗ ਸਮਾਨੀ। ਅੱਜ ਮੇਰੇ ਤੇ ਸਮਝ ਲਓ ਵੀ ਜਿਵੇਂ ਘੰਡੇ ਹੇੜੇ ਦਾ ਨਾਦ ਸੁਣ ਕੇ ਹੁਣ ਮਿਰਗ ਸਹਿਜੇ ਹੀ ਉਸ ਘੰਡੇ ਹੇੜੇ ਦੇ ਨਾਦ ਤਾਂ ਹੀ ਆਪਣੇ ਆਪ ਨੂੰ ਗਵਾ ਦਿੰਦਾ ਤੇ ਮਧੁਰ ਬਾਣੀ ਦੀ ਧੁਨੀ ਸੁਣ ਜੀਵ ਘੰਡੇ ਹੇੜੇ ਦੇ ਨਾਦ ਦੀ ਤਰ੍ਹਾਂ ਹੁਣ ਆਪਣੇ ਆਪ ਨੂੰ ਮਿਰਗ ਦੀ ਨਿਆਈ ਬਾਲਕ ਨਾਨਕ ਦੇ ਚਰਨਾਂ ਤੇ ਸੌਂਪ ਦਿੰਦੇ ਹੈ ਜੀ। ਇਹ ਬਿਦ ਬਾਲਕ ਲੀਲਾ ਕਰਹੀ ਧਿਆਨ ਜੇ ਤਰਹੇ ਭਵੋ ਦਿਦ ਤਰਹੀ। ਇਸ ਪ੍ਰਕਾਰ ਬਾਲ ਲੀਲਾਵਾਂ ਹੁਣ ਗੁਰੂ ਨਾਨਕ ਸਾਹਿਬ ਜੀ ਹੁਣ ਨਾਨਕ ਸਰੂਪ ਦੇ ਵਿੱਚ ਵਰਤਾ ਰਹੇ ਹੈ ਤੇ ਜਿਹੜੇ ਹੁਣ ਇਹਨਾਂ ਦੇ ਸ਼ੁਭ ਚਰਨਾਂ ਦਾ ਧਿਆਨ ਕਰ ਰਹੇ ਹੈ ਉਹ ਬਹੁਤ ਜ਼ਿਆਦਾ ਜੀਵ ਕਰਤਾਰਥ ਹੋ ਰਹੇ ਹੈ ਜੀ। ਪਾਂਚ ਬਰਖ ਕੀ ਹੋਈ ਬੈਸਾ ਕਰਨ ਲਗੇ ਕਾਰਜ ਪੁਨ ਐਸਾ। ਹੁਣ ਸਮਾਂ ਆਪਦੀ ਚਾਲ ਚੱਲਦਾ ਗਿਆ ਤੇ ਹੁਣ ਬਾਲਕ ਅਵਸਥਾ ਕਰਕੇ ਹੁਣ ਗੁਰੂ ਨਾਨਕ ਪਾਤਸ਼ਾਹ ਸਰੀਰ ਕਰ ਹੁਣ 5 ਸਾਲ ਦੇ ਹੋਏ ਹੈ। ਜਦੋਂ 5 ਸਾਲ ਦੇ ਹੋਏ ਹੈ ਤੇ ਹੁਣ ਅੱਗੋਂ ਨਵੇਕਲੀ ਤੇ ਨਿਆਰੀ ਹੁਣ ਕਾਰ ਕਰਨ ਲੱਗੇ ਹੈ। ਉਹ ਕਾਰ ਮੇਰੇ ਪਾਤਸ਼ਾਹ ਕਿਹੜੀ ਕਰਨ ਲੱਗੇ ਹੈ ਤੇ ਉਹ ਕਾਰ ਕਰਦੇ ਦੇਖ ਮਾਤਾ ਤ੍ਰਿਪਤਾ ਜੀ ਫਿਰ ਕਿਵੇਂ ਆਪਣੇ ਪੁੱਤਰ ਨੂੰ ਵਰਜਣ ਦਾ ਯਤਨ ਕਰਦੇ ਹੈ ਪਰ ਵਰਜਿਆਂ ਤੋਂ ਵੀ ਨਹੀਂ ਰੁਕਦੇ ਤੇ ਫਿਰ ਅੱਗੋਂ ਬਾਬਾ ਕਲਿਆਣ ਦਾਸ ਕਿਵੇਂ ਪੁੱਤਰ ਨੂੰ ਪ੍ਰੇਰਦੇ ਹੈ ਇਹ ਵਿਚਾਰ ਆਪਾਂ ਆਉਣ ਵਾਲੇ ਕੱਲ੍ਹ ਰੋਜ਼ ਗੁਰੂ ਕਿਰਪਾ ਨਾਲ ਚਲੋ 2 ਪੰਕਤੀ। ਲੈ ਬਸਤ ਘਰ ਬਾਹਰ ਧਾਵਹੀਂ ਜੋ ਲੇਵੈ ਸੋ ਜਾਏ ਗਵਾਵਹੀਂ। ਹੁਣ ਕਾਰ ਕੀ ਕਰਨ ਲੱਗੇ ਹੁਣ 5 ਸਾਲ ਦੀ ਆਰਮੜਾ ਸਰੀਰ ਕਰਕੇ ਹੋਈ ਹੈ ਹੁਣ ਘਰੋਂ ਜਿਹੜਾ ਕੋਈ ਸਾਜੋ ਸਮਾਨ ਮਿਲਦਾ ਉਹ ਘਰੋਂ ਹੁਣ ਸਾਜੋ ਸਮਾਨ ਲੈ ਬਾਹਰ ਨੂੰ ਦੌੜ ਜਾਂਦੇ ਹੈ ਜੀ।
ਸੋ ਇੱਥੇ ਹੀ ਇਸ ਵਿਚਾਰ ਦੀ ਸਮਾਪਤੀ ਹੈ। ਸੋ ਅਗਲੀ ਵਿਚਾਰ ਕੱਲ੍ਹ ਰੋਜ਼ ਗੁਰੂ ਕਿਰਪਾ ਨਾਲ ਵਾਚਣ ਦਾ ਯਤਨ ਕਰਾਂਗੇ। ਆਓ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਗੁਰੂ ਫਤਿਹ ਦੀ ਸਾਂਝ ਪਾਈਏ ਜੀ। ਲੈ ਵਸਤੂ ਕਰ